ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਹੋਈ ਤਾਂ ਸਿੱਧੂ ਤੋਂ ਬਾਅਦ ਜੇ ਕੋਈ ਦੂਜਾ ਸਭ ਤੋਂ ਵੱਧ ਚਰਚਿਤ ਚਿਹਰਾ ਰਿਹਾ ਤਾਂ ਉਹ ਯੂਥ ਪੰਜਾਬ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਰਹੇ। ਸੀਐਮ ਸਾਹਿਬ ਵੀ ਕੈਪਟਨ ਅਮਰਿੰਦਰ ਸਿੰਘ ਜੀ ਆ, ਉਹਨਾਂ ਦਾ ਵੀ ਹਮੇਸ਼ਾ ਆਸ਼ੀਰਵਾਦ ਰਿਹਾ ਔਰ ਉਹਨਾਂ ਦਾ ਵੀ ਮਾਨ ਸਤਿਕਾਰ ਉਵੇਂ ਹੀ ਬਰਕਰਾਰ ਰਹਿਣਾ ਚਾਹੀਦਾ। ਤੁਸੀਂ ਲੋਕ ਇਹਨੂੰ ਸਿੱਧੂ ਵਰਸਸ ਕੈਪਟਨ ਬਣਾਉਂਦੇ ਹੋ। ਤੁਸੀਂ ਲੋਕ ਦਾ ਕੀ ਮਤਲਬ ਹੋਇਆ? ਤੁਸੀਂ ਹੁਣ ਇਹ ਨਾ ਕਿਉਂ ਕਿ ਮੀਡੀਆ ਬਣਾ ਦਿੰਦਾ ਹੈ। ਸੀਐਮ ਸਾਹਿਬ ਨੇ ਕਹਿਤਾ ਵੀ ਸੋਨੀਆ ਜੀ ਦੇ ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਊਗਾ। ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਰੀਡਿੰਗ ਬਿਟਵੀਨ ਦੀ ਲਾਈਨਸ ਪਰ ਬਾਡੀ ਲੈਂਗੁਏਜ ਜੈਸਚਰਸ ਬਹੁਤ ਕੁਝ ਕਹਿੰਦਾ ਨਾ ਢਿੱਲੋਂ ਸਾਹਿਬ। ਸਾਰਿਆਂ ਦੇ ਪੈਰੀ ਹੱਥ ਲਾਉਣਾ, ਸਾਰਿਆਂ ਨੂੰ ਮਿਲਣਾ, ਸੀਐਮ ਸਾਹਿਬ ਨੂੰ ਨਾ ਮਿਲਣਾ, ਸਵਾਲ ਤਾਂ ਹੋਣਗੇ ਨਾ। ਸਾਡੇ ਸਾਰਿਆਂ ਦੀ ਸੋਚ ਵੀ ਪਾਰਟੀ ਸਭ ਤੋਂ ਉੱਪਰ ਆ, ਪਾਰਟੀ ਤੋਂ ਉੱਪਰ ਕੁਛ ਨਹੀਂ। ਕਿਤੇ ਵਿਚਾਲੇ ਤਾਂ ਨਹੀਂ ਫਸ ਗਏ ਤੁਸੀਂ ਜਾਂ ਬਹੁਤ ਸਾਰੇ ਐਸੇ ਹੋਰ ਆਗੂ ਕਿ ਹੁਣ ਨਾ ਉਧਰ ਦੇ ਰਹੇ ਨਾ ਉਧਰ ਦੇ ਰਹੇ, ਜਾਂ ਗੱਲ ਕੀ ਕੀਤੀ ਜਾਵੇ? ਸਭ ਆਪ ਪ੍ਰੈਸ ਦੇ ਮੂਹਰੇ ਆਉਂਦੇ ਆ, ਇੰਟਰਵਿਊਜ਼ ਦਿੰਦੇ ਆ, ਟਵੀਟਸ ਕਰਦੇ ਆ, 75-25 ਦੀ ਗੱਲ ਕਰਦੇ ਆ, ਮਾਫੀਆ ਦੀ ਗੱਲ ਕਰਦੇ ਆ, ਰੇਤੇ ਦੀ ਗੱਲ ਕਰਦੇ ਆ, ਸਿਸਟਮ ਖਰਾਬ ਹੋਣ ਦੀ ਗੱਲ ਕਰਦੇ ਆ। ਔਰ ਜਦੋਂ ਪੱਤਰਕਾਰ ਪੁੱਛਦੇ ਕਿ ਸਿਸਟਮ ਤਾਂ ਉਹਨਾਂ ਨੇ ਕਿਹਾ ਕਿ ਸਿਸਟਮ ਤਾਂ ਸਾਹਮਣੇ ਬੈਠਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਹੋਈਆਂ। ਹੁਣ ਬਹੁਤ ਸਾਰੇ ਤੁਹਾਡੇ ਸਮੇਤ ਸਾਰੇ ਕਾਂਗਰਸੀ ਕਹਿ ਦਿੰਦੇ ਕਿ ਮੀਡੀਆ ਕਰ ਰਿਹਾ ਇਹ ਗੱਲਾਂ। ਜੋ ਪੀਸੀਸੀ ਪ੍ਰਧਾਨ ਆ ਉਹਨਾਂ ਦਾ ਮਾਨ ਸਤਿਕਾਰ ਹੋਣਾ ਚਾਹੀਦਾ। ਦੋਵੇਂ ਇੰਪੋਰਟੈਂਟ ਪੋਜੀਸ਼ਨਸ। ਉਹੀ ਮਾਨ ਸਤਿਕਾਰ ਨਹੀਂ ਹੋਇਆ ਜਦੋਂ ਉਹੀ ਮਾਨ ਸਤਿਕਾਰ ਨਹੀਂ ਹੋਇਆ। ਮੇਰਾ ਸਵਾਲ ਲੈ ਲਓ, ਉਸ ਦਿਨ ਸਟੇਜ ਦੇ ਉੱਤੇ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਜਾਂ ਲਾਲ ਸਿੰਘ ਦੇ ਪੈਰੀ ਹੱਥ ਲੱਗੇ, ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਨੇ ਨਹੀਂ ਲਾਏ, ਉਹੀ ਮਾਨ ਸਤਿਕਾਰ ਨਹੀਂ ਹੋਇਆ। ਇਹ ਜਿਹੜੇ ਤੁਹਾਡੇ ਇਸ਼ੂਜ਼ ਆ ਮੇਰੇ ਹਿਸਾਬ ਨਾਲ ਐਡੇ ਰੈਲੇਵੈਂਟ ਇਸ਼ੂਜ਼ ਨਹੀਂ ਆ। ਮੈਂ ਤਾਂ ਇਹਨਾਂ ਦੇ ਬਾਰੇ ਮੈਂ ਤਾਂ ਇਹ ਵੀ ਕਹੂੰਗਾ ਵੀ ਜਵਾਬ ਵੀ ਦੇਣਾ ਕੋਈ ਮੈਨੂੰ ਲੱਗਦਾ ਨਹੀਂ ਆ ਵੀ ਬਣਾਏ ਗਏ ਪ੍ਰਧਾਨ ਦੇ ਹੀ ਟਵੀਟ ਸੀਗੇ। ਪਾਰਟੀ ਦੇ ਬਣਾਏ ਗਏ ਪ੍ਰਧਾਨ ਨੇ ਕਿਹਾ ਕਿ ਬਿਜਲੀ ਸਮਝੌਤੇ ਜਿਹੜੇ ਹੋਏ ਐ ਉਹਨੂੰ ਰੱਦ ਕਰਾਇਆ ਜਾ ਸਕਦਾ ਸੀ। ਉਹ 75-25 ਦੀ ਖੇਡ ਹੋਈ ਹੈ, ਰੇਤ ਮਾਫੀਆ ਚੱਲ ਰਿਹਾ ਲਗਾਤਾਰ। ਬਹੁਤ ਸਾਰੇ ਲੋਕਾਂ ਤੇ ਉਹਨਾਂ ਨੇ ਦੋਸ਼ ਲਾਇਆ ਇਹ ਕਿ ਕੈਪਟਨ ਸਾਹਿਬ ਤੇ ਬਾਦਲ ਰਲ ਕੇ ਗੇਮ ਖੇਡਦੇ ਪਏ। ਕੈਮਰੇ ਦੇ ਉੱਤੇ ਗੱਲਾਂ ਕਰਨ ਦਾ ਕੋਈ ਤੁਕ ਨਹੀਂ। ਇਨਕਲੀਨੇਸ਼ਨ ਤਾਂ ਹੋਈ ਤੁਹਾਡੇ ਵੱਲ, ਕਿਉਂਕਿ ਪ੍ਰਧਾਨ ਬਣਨ ਤੋਂ ਬਾਅਦ ਤੁਹਾਡੇ ਵੱਲ ਆਉਂਦੇ ਆ ਨਵਜੋਤ ਸਿੰਘ ਸਿੱਧੂ। ਇਹ ਆਪਣੇ ਆਪ 'ਚ ਇੱਕ ਵੱਡਾ ਮੈਸੇਜ ਹੈ। ਜਦੋਂ ਪਾਰਟੀ ਦੀ ਗੱਲ ਆਉਂਦੀ ਹੈ ਉਦੋਂ ਸਾਰੇ ਇਕੱਠੇ ਹੁੰਦੇ ਆ ਔਰ ਇੱਕ ਲਾਈਨ ਮੰਨਦੇ ਹੋ ਕਿ ਡਿਲੀਵਰ ਨਹੀਂ ਕਰ ਸਕੀ ਸਰਕਾਰ ਪਿਛਲੇ 4.5 ਸਾਲਾਂ 'ਚ? ਕੋਈ ਐਵੇਂ ਇਹ ਗੱਲ ਕਹਿਣੀ, ਮੈਂ ਕਹਿੰਦਾ ਕੁਝ ਇਸ਼ੂਜ਼ ਅਨਰਿਜ਼ੋਲਵਡ ਹੈਗੇ ਆ, ਲੇਕਿਨ ਇਹੀ ਕਹਿਣਾ ਵੀ ਸਰਕਾਰ ਡਿਲੀਵਰ ਇਹ ਗੱਲ ਸਾਡੀ ਕੀ ਇਨਕਲੀਨੇਸ਼ਨਸ ਆ ਜਾਂ ਸਾਡਾ ਕੀ ਆ ਉਹ ਸਾਡੇ ਇੰਟਰਨਲ ਫੈਸਲੇ ਆ। ਇੰਨਾ ਰਾਈਟ ਮੀਡੀਆ ਨੂੰ ਆਪ ਸੱਦ ਕੇ ਢਿੱਲੋਂ ਸਾਹਿਬ ਮੀਡੀਆ ਕੋਲ ਤਾਂ ਆਪ ਸੱਦ ਕੇ ਸਾਰਿਆਂ ਨੇ ਗੱਲਾਂ ਕੀਤੀਆਂ, ਸਾਰੇ ਵਿਧਾਇਕਾਂ ਨੇ ਕੀਤੀਆਂ। ਅੱਜ ਇੱਕ ਮੇਰਾ ਸਵਾਲ ਮੇਰੀ ਗੱਲ ਕੰਪਲੀਟ ਹੋ ਗਈ। ਮੀਡੀਆ ਇੱਥੋਂ ਤੱਕ ਵੀ ਲੈਂਬਰ ਦੀ ਲੜਾਈ ਕਿਹਦੇ ਨਾਲ ਹੋ ਗਈ, ਉਹਦੀ ਪਤਨੀ ਨਾਲ ਲੜ ਪਏ, ਉਹਦਾ ਇਹ ਕਰ ਗਏ। ਤੁਸੀਂ ਸਾਰੇ ਇਸ ਇਸ਼ੂ ਨੂੰ ਮੀਡੀਆ ਤੇ ਨਾ ਰੱਖੋ। ਉਹਨਾਂ ਨੇ ਨਵਜੋਤ ਸਿੱਧੂ ਰੋਜ਼ ਟਵੀਟ ਕਰਦੇ ਰਹੇ, ਸੀਰੀਜ਼ ਆਫ ਟਵੀਟ ਹੁੰਦੇ ਰਹੇ, ਸਾਰੇ ਆਗੂ ਬੋਲਦੇ ਰਹੇ, ਦਿੱਲੀ ਦੇ ਵਿੱਚ ਮੀਟਿੰਗਸ ਹੁੰਦੀਆਂ ਰਹੀਆਂ, ਰਾਹੁਲ ਗਾਂਧੀ ਤੱਕ ਨੂੰ ਟਵੀਟ ਕਰਨੇ ਪੈ ਗਏ, ਸਾਰਾ ਕੁਝ ਹੋਇਆ ਨਾ। ਜੇ ਡਰਾਇੰਗ ਰੂਮ 'ਚ ਬਹਿ ਕੇ ਗੱਲਾਂ ਫੈਸਲੇ ਹੋ ਜਾਂਦੇ ਫਿਰ ਮੀਡੀਆ ਸਵਾਲ ਹੀ ਨਹੀਂ ਸੀ ਕਰਦਾ। ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਹੋਈ ਤਾਂ ਸਿੱਧੂ ਤੋਂ ਬਾਅਦ ਜੇ ਕੋਈ ਦੂਜਾ ਸਭ ਤੋਂ ਵੱਧ ਚਰਚਿਤ ਚਿਹਰਾ ਰਿਹਾ ਤਾਂ ਉਹ ਯੂਥ ਪੰਜਾਬ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਰਹੇ। ਬਹੁਤ ਸਾਰੇ ਸਵਾਲ ਨੇ। ਢਿੱਲੋਂ ਸਾਹਿਬ ਦੇ ਨਾਲ ਨਵਜੋਤ ਸਿੱਧੂ ਤਾਜਪੋਸ਼ੀ ਤੋਂ ਪਹਿਲਾਂ ਸੀਨੀਅਰ ਲੀਡਰਸ਼ਿਪ ਨੂੰ ਮਿਲਣ ਜਾਂਦੇ ਆ ਤਾਂ ਵਰਿੰਦਰ ਢਿੱਲੋਂ ਨੂੰ ਵੀ ਮਿਲਦੇ ਨੇ, ਤਾਂ ਆਪਣੇ ਆਪ 'ਚ ਇੱਕ ਪੋਜੀਸ਼ਨ ਕਲੀਅਰ ਹੁੰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਬੰਦੇ ਦੀ ਪਾਰਟੀ 'ਚ ਕੈਸੀ ਪੋਜੀਸ਼ਨ ਹੈ। ਵਰਿੰਦਰ ਢਿੱਲੋਂ ਸਾਡੇ ਨਾਲ ਨੇ, ਬਹੁਤ ਬਹੁਤ ਸਵਾਗਤ ਹੈ ਬਾਈ ਜੀ। ਥੈਂਕ ਯੂ ਸਿਮਰਨ ਜੀ। ਸਿੱਧੂ ਸਾਹਿਬ ਦੇ ਬਹੁਤ ਕਰੀਬੀ ਹੋ ਗਏ ਹੋ। ਦੇਖੋ ਪੀਸੀਸੀ ਪ੍ਰਧਾਨ ਆ, ਪੀਸੀਸੀ ਪ੍ਰਧਾਨ ਸਾਰਿਆਂ ਦਾ ਪ੍ਰਧਾਨ ਆ ਔਰ ਮੈਂ ਪੰਜਾਬ ਯੂਥ ਕਾਂਗਰਸ ਦਾ ਹੀ ਮੈਂ ਵੀ ਪ੍ਰਧਾਨ ਆ। ਪਾਰਟੀ ਵੱਲੋਂ ਥਾਪੜੇ ਗਏ ਆ, ਉਹਦੇ ਮੱਦੇ ਨਜ਼ਰ ਉਹਦੇ ਉਸ ਡੈਮੋ ਜੋ ਗ੍ਰੈਫੀ ਬਣਦੀ ਆ, ਜੋ ਪ੍ਰੋਟੋਕੋਲ ਬਣਦਾ ਵਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਸਾਨੂੰ ਆਪਣੇ ਪੀਸੀਸੀ ਪ੍ਰਧਾਨ ਦੀ ਨਾਲ ਉਹਨਾਂ ਦੇ ਮੋਢਾ ਨਾਲ ਮੋਢਾ ਲਾ ਕੇ ਯੂਥ ਆਰਗੇਨਾਈਜੇਸ਼ਨ ਨੂੰ ਚੱਲਣਾ ਚਾਹੀਦਾ। ਉਵੇਂ ਹੀ ਸੀਐਮ ਸਾਹਿਬ ਆ, ਸੀਐਮ ਸਾਹਿਬ ਵੀ ਕੈਪਟਨ ਅਮਰਿੰਦਰ ਸਿੰਘ ਜੀ ਆ, ਉਹਨਾਂ ਦਾ ਵੀ ਹਮੇਸ਼ਾ ਆਸ਼ੀਰਵਾਦ ਰਿਹਾ ਔਰ ਉਹਨਾਂ ਦਾ ਵੀ ਮਾਨ ਸਤਿਕਾਰ ਉਵੇਂ ਹੀ ਬਰਕਰਾਰ ਰਹਿਣਾ ਚਾਹੀਦਾ। ਤੁਸੀਂ ਲੋਕ ਇਹਨੂੰ ਸਿੱਧੂ ਵਰਸਸ ਕੈਪਟਨ ਬਣਾਉਂਦੇ ਹੋ। ਤੁਸੀਂ ਲੋਕ ਦਾ ਕੀ ਮਤਲਬ ਹੋਇਆ? ਤੁਸੀਂ ਹੁਣ ਇਹ ਨਾ ਕਿਉਂ ਕਿ ਮੀਡੀਆ ਬਣਾ ਦਿੰਦਾ। ਨਹੀਂ ਦੇਖੋ ਬਿਲਕੁਲ ਡਿਫਰੈਂਸਿਸ ਸੀਗੇ, ਕੋਈ ਦੋ ਰਾਏ ਨਹੀਂ, ਲੇਕਿਨ ਜਦੋਂ ਪਾਰਟੀ ਨੇ ਇੱਕ ਫੈਸਲਾ ਲੈ ਲਿਆ, ਪਾਰਟੀ ਨੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦੇ ਦਿੱਤੀ, ਪੀਸੀਸੀ ਪ੍ਰਧਾਨ ਬਣਾ ਦਿੱਤਾ, ਉਧਰੋਂ ਉਹ ਸੀਐਮ ਸਾਹਿਬ ਦਾ
ਆਪ ਉਹਨਾਂ ਦੀ ਸਵੇਰਿੰਗ ਇਨ ਸੈਰੇਮਨੀ ਤੇ ਆ ਗਏ। ਸੀਐਮ ਸਾਹਿਬ ਨੇ ਇਹ ਕਹਿ ਦਿੱਤਾ ਵੀ ਸੋਨੀਆ ਜੀ ਦੇ ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਊਗਾ। ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਰੀਡਿੰਗ ਬਿਟਵੀਨ ਦੀ ਲਾਈਨਸ ਪਰ ਬੋਡੀ ਲੈਂਗੁਏਜ ਜੈਸਚਰਸ ਬਹੁਤ ਕੁਝ ਕਹਿੰਦਾ ਨਾ ਢਿੱਲੋਂ ਸਾਹਿਬ, ਸਾਰਿਆਂ ਦੇ ਪੈਰੀ ਹੱਥ ਲਾਉਣਾ, ਸਾਰਿਆਂ ਨੂੰ ਮਿਲਣਾ, ਸੀਐਮ ਸਾਹਿਬ ਨੂੰ ਨਾ ਮਿਲਣਾ, ਸਵਾਲ ਤਾਂ ਹੋਣਗੇ ਨਾ। ਦੇਖੋ ਇਹ ਤੁਹਾਡੇ ਵਾਸਤੇ ਇੱਕ TRPs ਵੀ ਹੋ ਸਕਦੀਆਂ, ਸਵਾਲ ਵੀ ਹੋ ਸਕਦੇ ਆ, ਲੇਕਿਨ ਮੇਰੀ ਨਜ਼ਰ ਦੇ ਵਿੱਚ ਪੰਜਾਬ ਦੇ ਮੁੱਦੇ ਜਿਹੜੀ ਗੱਲ ਵੱਡੀ ਸੀ, ਜਿਹੜੇ ਸਿੱਧੂ ਸਾਹਿਬ ਨੇ ਪਹਿਲੋਂ ਸਵਾਲ ਚੱਕੇ ਔਰ ਜੋ ਉਹਨਾਂ ਨੇ ਗੱਲਾਂ ਕਹੀਆਂ, ਕੀ ਅਸੀਂ ਉਹਨਾਂ ਨੂੰ ਪੂਰਾ ਕਰ ਸਕਾਂਗੇ, ਉਹਨਾਂ ਤੇ ਪਹਿਰਾ ਦੇ ਸਕਾਂਗੇ ਔਰ ਉਸ ਤਹਿਤ ਉਹ PCC ਪ੍ਰਧਾਨ ਬਣੇ ਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਸਰਕਾਰ ਤੋਂ ਇਹ ਮੰਗਾਂ ਮਨਾਉਣਗੇ, ਕਿਵੇਂ ਹੋਊਗਾ, ਇਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਇਹ ਮੁੱਦੇ ਮੇਰੇ ਹਿਸਾਬ ਨਾਲ ਜ਼ਿਆਦਾ ਇੰਪੋਰਟੈਂਟ ਆ। ਬੋਡੀ ਲੈਂਗੁਏਜ ਕਿਸੇ ਦੀ ਹੋਰ, ਉਹ ਕਈ ਚੀਜ਼ਾਂ ਅਨਰਿਜ਼ੋਲਵਡ ਹੁੰਦੀਆਂ ਹੋ ਸਕਦੀਆਂ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਜਦੋਂ ਸਾਡੇ ਓਪੋਨੈਂਟਸ ਆਪਸ 'ਚ ਨਹੀਂ ਆ, ਸਾਡਾ ਓਪੋਨੈਂਟ ਅਕਾਲੀ ਦਲ ਆ, ਸਾਡਾ ਓਪੋਨੈਂਟ ਆਮ ਆਦਮੀ ਆ, ਸਾਡੇ ਅਗਰ ਤੁਸੀਂ ਸਿਆਸੀ ਵਿਰੋਧੀ ਕਹੀਏ ਉਹ ਆ, ਸੋਚ ਦੀ ਲੜਾਈ ਆ। BJP ਕਿਸਾਨਾਂ ਦੇ ਨਾਲ ਕੀ ਕਰ ਰਹੀ ਆ, BJP ਦੇਸ਼ ਦੇ ਵਿੱਚ ਕੀ ਕੁਝ ਕਰ ਰਹੀ ਆ, BJP ਕਿਵੇਂ ਸਾਨੂੰ ਮਤਲਬ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਆ, ਫੈਡਰਲ ਸਟਰਕਚਰ ਦੀਆਂ ਗੱਲਾਂ ਹੈਗੀਆਂ, ਹੋਰ ਸਟੇਟਾਂ ਦੇ ਅਧਿਕਾਰਾਂ ਦੀਆਂ ਗੱਲਾਂ ਹੈਗੀਆਂ। ਇਹ ਮੁੱਦਿਆਂ ਨੂੰ ਡਾਇਲਿਊਟ, ਇਹ ਮੁੱਦੇ ਵੱਡੇ ਆ, ਇਹਨਾਂ ਨੂੰ ਡਾਇਲਿਊਟ ਕਰ ਦਈਦਾ ਜਦੋਂ ਆਪਾਂ ਕਿਸੇ ਇਸ ਤਰੀਕੇ ਨਾਲ ਲੈਦੇ। ਸਾਡੀ ਇਹ ਸੋਚ ਆ, ਤੁਹਾਡਾ ਸਵਾਲ ਪੁੱਛਣਾ ਤੁਹਾਡਾ ਹੱਕ ਆ। ਸਿੱਧੂ ਸਾਹਿਬ ਆਪ ਪ੍ਰੈਸ ਦੇ ਮੂਹਰੇ ਆਉਂਦੇ ਆ, ਇੰਟਰਵਿਊਜ਼ ਦਿੰਦੇ ਆ, ਟਵੀਟਸ ਕਰਦੇ ਆ, 75-25 ਦੀ ਗੱਲ ਕਰਦੇ ਆ, ਮਾਫੀਆ ਦੀ ਗੱਲ ਕਰਦੇ ਆ, ਰੇਤੇ ਦੀ ਗੱਲ ਕਰਦੇ ਆ, ਸਿਸਟਮ ਖਰਾਬ ਹੋਣ ਦੀ ਗੱਲ ਕਰਦੇ ਆ। ਔਰ ਜਦੋਂ ਪੱਤਰਕਾਰ ਪੁੱਛਦੇ ਕਿ ਸਿਸਟਮ ਤਾਂ ਉਹਨਾਂ ਨੇ ਕਿਹਾ ਕਿ ਸਿਸਟਮ ਤਾਂ ਸਾਹਮਣੇ ਬੈਠਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਹੋਈਆਂ। ਹੁਣ ਬਹੁਤ ਸਾਰੇ ਤੁਹਾਡੇ ਸਮੇਤ ਸਾਰੇ ਕਾਂਗਰਸੀ ਕਹਿ ਦਿੰਦੇ ਕਿ ਮੀਡੀਆ ਕਰ ਰਿਹਾ ਇਹ ਗੱਲਾਂ। ਨਹੀਂ ਦੇਖੋ, ਮੈਂ ਡਿਨਾਈ ਨਹੀਂ ਕਰ ਰਿਹਾ, ਡਿਫਰੈਂਸਿਸ ਸੀਗੇ ਬੜੇ। ਇਸ਼ੂਜ਼ ਨੂੰ ਰਿਜ਼ੋਲਵ ਕਰਨ ਦੀ ਵੀ ਪਾਰਟੀ ਨੇ ਕੋਸ਼ਿਸ਼ ਕੀਤੀ, ਸਰਕਾਰ ਵੱਲੋਂ ਕੋਸ਼ਿਸ਼ ਹੋ ਰਹੀ ਆ, ਸਾਰਿਆਂ ਵੱਲੋਂ ਕੋਸ਼ਿਸ਼ ਹੋ ਰਹੀ ਆ ਔਰ ਇਹੀ ਸਾਡੇ ਸਾਰਿਆਂ ਦੀ ਸੋਚ ਵੀ ਪਾਰਟੀ ਸਭ ਤੋਂ ਉੱਪਰ ਆ, ਪਾਰਟੀ ਤੋਂ ਉੱਪਰ ਕੁਛ ਨਹੀਂ। ਉਹੀ ਪਾਰਟੀ ਦੇ ਉਹ ਪ੍ਰਧਾਨ ਥਾਪੜੇ ਗਏ ਆ, ਉਹੀ ਪਾਰਟੀ ਵੱਲੋਂ ਉਹ CM ਆ ਔਰ ਇਹੀ ਸਾਡੀ ਸੋਚ ਆ ਵੀ ਇਹ ਸਾਰੀ ਚੀਜ਼ਾਂ ਨੂੰ ਰਿਜ਼ੋਲਵ ਹੋ ਕੇ 22 ਦੇ ਵਿੱਚ ਅਸੀਂ ਦੁਬਾਰਾ ਸਰਕਾਰ ਬਣਾਈਏ ਤਾਂ ਕਿ ਲੋਕਾਂ ਦੀ ਸੇਵਾ ਕਰ ਸਕੀਏ। ਕਿਤੇ ਵਿਚਾਲੇ ਤਾਂ ਨਹੀਂ ਫਸ ਗਏ ਤੁਸੀਂ ਜਾਂ ਬਹੁਤ ਸਾਰੇ ਐਸੇ ਹੋਰ ਆਗੂ ਕਿ ਹੁਣ ਨਾ ਉਧਰ ਦੇ ਰਹੇ ਨਾ ਉਧਰ ਦੇ ਰਹੇ, ਜਾਂ ਗੱਲ ਕੀ ਕੀਤੀ ਜਾਵੇ? ਦੇਖੋ ਇਹ ਤੁਹਾਡੀ ਇੱਕ ਦੇਖਣ ਦਾ ਨਜ਼ਰੀਆ ਹੋ ਸਕਦਾ। ਬਤੌਰ ਪੰਜਾਬ ਯੂਥ ਕਾਂਗਰਸ ਪ੍ਰਧਾਨ ਸਾਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਮੰਨਣਾ ਪੈਣਾ ਵਾ ਵੀ CM ਸਾਹਿਬ ਦਾ ਮਾਨ ਸਤਿਕਾਰ ਹੋਣਾ ਚਾਹੀਦਾ, ਉਹੀ ਜੋ PCC ਪ੍ਰਧਾਨ ਆ ਉਹਨਾਂ ਦਾ ਮਾਨ ਸਤਿਕਾਰ ਹੋਣਾ ਚਾਹੀਦਾ। ਦੋਵੇਂ ਇੰਪੋਰਟੈਂਟ ਪੋਜੀਸ਼ਨਸ ਆ। ਉਹੀ ਮਾਨ ਸਤਿਕਾਰ ਨਹੀਂ ਹੋਇਆ, ਜਦੋਂ ਜਾਖੜ ਮਾਨ ਸਤਿਕਾਰ ਨਹੀਂ ਹੋਇਆ। ਮੇਰਾ ਸਵਾਲ ਲੈ ਲਓ, ਉਸ ਦਿਨ ਸਟੇਜ ਦੇ ਉੱਤੇ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਜਾਂ ਲਾਲ ਸਿੰਘ ਦੇ ਪੈਰੀ ਹੱਥ ਲੱਗੇ, ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਨੇ ਨਹੀਂ ਲਾਏ, ਉਹੀ ਮਾਨ ਸਤਿਕਾਰ ਨਹੀਂ ਹੋਇਆ। ਜਦੋਂ ਜਾਖੜ ਸਾਹਿਬ ਪ੍ਰਧਾਨ ਸੀ, ਜਦੋਂ ਕੈਪਟਨ ਸਾਹਿਬ ਪ੍ਰਧਾਨ ਸੀ, ਉਸ ਤੋਂ ਪਹਿਲੋਂ ਜਦੋਂ ਕੈਪਟਨ ਸਾਹਿਬ ਪਹਿਲੋਂ ਸੀ, ਡੁੱਲੋ ਸਾਹਿਬ ਪ੍ਰਧਾਨ ਸੀ, ਕੈਪਟਨ ਸਾਹਿਬ ਪ੍ਰਧਾਨ ਸੀ, ਇਸ਼ੂਜ਼ ਰਹਿੰਦੇ ਆ। ਇਹ ਸਾਡੇ ਇੰਟਰਨਲ ਪਾਰਟੀ ਦੇ ਇਸ਼ੂਜ਼ ਆ। ਮੇਰੇ ਹਿਸਾਬ ਨਾਲ ਤੁਸੀਂ ਇਹ ਸਾਨੂੰ ਫਿਕਰ ਹੋਣੀ ਚਾਹੀਦੀ ਆ, ਮੀਡੀਆ ਨੂੰ ਫਿਕਰ ਹੋਣੀ ਚਾਹੀਦੀ ਆ ਵੀ ਕੀ ਸਰਕਾਰ ਡਿਲੀਵਰੀ ਦੇ ਰਹੀ ਆ, ਕੀ ਪਾਰਟੀ ਪ੍ਰਧਾਨ ਆਪਣਾ ਕੀ ਕਹਿੰਦੇ ਕੋਈ ਧੱਕੇਸ਼ਾਹੀ ਤਾਂ ਨਹੀਂ ਕਰ ਰਹੇ ਜਾਂ ਇਹ ਚੀਜ਼ਾਂ ਨਹੀਂ ਕਰ ਰਹੇ। ਇਹ ਜਿਹੜੇ ਤੁਹਾਡੇ ਇਸ਼ੂਜ਼ ਆ ਮੇਰੇ ਹਿਸਾਬ ਨਾਲ ਐਡੇ ਰੈਲੇਵੈਂਟ ਇਸ਼ੂਜ਼ ਨਹੀਂ ਆ। ਮੈਂ ਤਾਂ ਇਹਨਾਂ ਦੇ ਬਾਰੇ ਮੈਂ ਤਾਂ ਇਹ ਵੀ ਕਹੂੰਗਾ ਵੀ ਜਵਾਬ ਵੀ ਦੇਣਾ ਕੋਈ ਮੈਨੂੰ ਲੱਗਦਾ ਨਹੀਂ ਆ ਵੀ ਇਹ ਬਣਾਏ ਗਏ ਪ੍ਰਧਾਨ ਦੇ ਹੀ ਟਵੀਟ ਸੀਗੇ। ਪਾਰਟੀ ਦੇ ਬਣਾਏ ਗਏ ਪ੍ਰਧਾਨ ਨੇ ਕਿਹਾ ਕਿ ਬਿਜਲੀ ਸਮਝੌਤੇ ਜਿਹੜੇ ਹੋਏ ਆ ਉਹਨੂੰ ਰੱਦ ਕਰਾਇਆ ਜਾ ਸਕਦਾ ਸੀ, ਉਹ 75-25 ਦੀ ਖੇਡ ਹੋਈ ਹੈ, ਰੇਤ ਮਾਫੀਆ ਚੱਲ ਰਿਹਾ ਲਗਾਤਾਰ। ਬਹੁਤ ਸਾਰੇ ਲੋਕਾਂ ਤੇ ਉਹਨਾਂ ਨੇ ਦੋਸ਼ ਲਾਇਆ ਇਹ ਕਿ ਕੈਪਟਨ ਸਾਹਿਬ ਤੇ ਬਾਦਲ ਰਲ ਕੇ ਗੇਮ ਖੇਡਦੇ ਪਏ ਆ। ਦੇਖੋ ਮੈਂ ਤੁਹਾਨੂੰ ਫਿਰ ਉਹੀ ਗੱਲ ਕਰਦਾ, ਇਸ਼ੂਜ਼ ਹੈਗੇ ਸੀ, ਇਸ਼ੂਜ਼ ਰਿਜ਼ੋਲਵ ਹੋ ਜਾਣਗੇ, ਮੁੱਦੇ ਨਹੀਂ ਰਹਿਣਗੇ। ਜਿਹੜੀਆਂ ਇਹ ਗੱਲਾਂ ਕਰ ਰਹੇ ਆ ਜਾਂ ਜਿਹੜੀਆਂ ਗੱਲਾਂ ਹੋਈਆਂ ਅੱਜ ਅੱਗੇ ਚੱਲਣ ਦਾ ਸਮਾਂ ਵਾ, ਕੀ ਹੋਊਗਾ ਔਰ ਅੱਗੇ ਕੀ ਸਟੈਪਸ ਕੀ ਲਏ ਜਾਣਗੇ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਸਿੱਧੂ ਸਾਹਿਬ ਨੇ ਕਿਹਾ, ਤੁਸੀਂ ਵੀ ਮੌਜੂਦ ਸੀਗੇ, ਕਿ ਹੁਣ ਛੱਕੇ ਵੱਜਣੇ ਆ, ਸਿਕਸਰ ਵੱਜਣੇ ਆ। ਉਹ ਸਿਕਸਰ ਕੀ ਵੱਜਣੇ ਆ? ਦੇਖੋ ਤੁਹਾਡੇ ਸਾਰਿਆਂ 'ਚ ਬੜੀ ਕਰੋਸਿਟੀ ਹੈਗੀ ਆ, ਤੁਹਾਡੇ ਸਾਰਿਆਂ ਦਾ ਮਤਲਬ ਮੀਡੀਆ 'ਚ ਬੜੀ ਕਰੋਸਿਟੀ ਆ ਇਸ ਚੀਜ਼ਾਂ ਨੂੰ ਲੈ ਕੇ। ਮੀਡੀਆ ਬੜੀ ਛੇਤੀ ਆਪੋ ਤਾਪੀ ਹੋਈ ਪਈ ਵੀ ਪਤਾ ਨਹੀਂ ਕੀ ਹੋਊਗਾ ਕੀ ਹੋਊਗਾ। ਸਮਾਂ ਲੈਣ ਦਿਓ, ਹੌਸਲਾ ਰੱਖੋ। ਪਾਰਟੀ ਤਿਆਰ ਹੋ ਰਹੀ ਆ, ਇਲੈਕਸ਼ਨ ਲੜ ਰਹੀ ਆ ਔਰ ਇਲੈਕਸ਼ਨ ਲੜਨ ਦੀ ਤਿਆਰੀ ਵੀ ਕਰ ਰਹੇ ਆ, ਨਾਲ ਨਾਲ ਸਰਕਾਰ ਵੀ ਚੱਲ ਰਹੀ ਆ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਲੈਰਿਟੀ ਹੋਊਗੀ ਸਾਰੀਆਂ ਚੀਜ਼ਾਂ ਦੀ। ਤੁਹਾਡੇ ਸਾਹਮਣੇ ਹੀ ਸਭ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਊਗਾ ਔਰ ਜੋ ਕੁਝ ਵੀ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ। ਸੋ ਅੱਜ ਮੇਰੇ ਬਿਆਨ ਜਾਂ ਤੁਹਾਡੇ ਬਿਆਨਾਂ ਨਾਲ ਟਾਈਮ ਆ ਲੈਣ ਦਿਓ, ਥੋੜ੍ਹਾ ਜਿਹਾ ਸਮਾਂ ਹਲੇ ਪਿਆ ਵਾ ਇਲੈਕਸ਼ਨ ਨੂੰ ਵੀ। ਉਸ ਤੋਂ ਬਾਅਦ ਵੀ ਸਰਕਾਰ ਬਣਨੀ ਆ, ਉਸ ਤੋਂ ਬਾਅਦ ਵੀ ਸਰਕਾਰਾਂ ਆਉਣਗੀਆਂ, ਉਸ ਤੋਂ ਬਾਅਦ ਵੀ ਫੈਸਲੇ ਹੋਣਗੇ, ਉਸ ਤੋਂ ਬਾਅਦ ਵੀ ਇਸ਼ੂਜ਼ ਹੋਣਗੇ।
ਜਦੋਂ ਸਮਾਂ ਆਊਗਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ। ਅੱਜ ਮੈਂ ਕੋਈ ਭਵਿੱਖਬਾਣੀ ਕਰਾਂ ਜਾਂ ਅੱਜ ਮੈਂ ਕੋਈ ਗੱਲ ਕਰਾਂ, ਮੇਰੇ ਹਿਸਾਬ ਨਾਲ ਉਹ ਸ਼ੋਭਾ ਨਹੀਂ ਦਿੰਦਾ। ਮੈਂ ਫਿਰ ਤੁਹਾਨੂੰ ਕਹਿੰਦਾ, ਉਹ ਪ੍ਰਧਾਨ ਆ, ਉਹ ਮੁੱਖ ਮੰਤਰੀ ਆ। ਸਾਨੂੰ ਸਾਰਿਆਂ ਨੂੰ ਬੜੇ ਸੋਚ ਸਮਝ ਕੇ ਪਾਰਟੀ ਦੇ ਵਿੱਚ ਹੀ ਰਹਿਣਾ ਵਾ। ਕਾਂਗਰਸ ਪਾਰਟੀ ਨੂੰ ਕਮਿਟਡ ਆ। ਰਾਹੁਲ ਜੀ ਦਾ ਫੈਸਲਾ ਵਾ, ਸਾਰਿਆਂ ਨੂੰ ਉਹਦਾ ਮਾਨ ਸਨਮਾਨ ਕਰਨਾ ਚਾਹੀਦਾ। ਤੁਹਾਡੀ ਪੋਜੀਸ਼ਨ ਕਲੀਅਰ ਹੈ? ਦੇਖੋ, ਮੈਂ PYC ਪ੍ਰਧਾਨ ਆ, ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਆ। ਮੇਰੀ ਬਿਲਕੁਲ ਕਲੀਅਰ ਕੱਟ ਪੋਜੀਸ਼ਨ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਔਰ ਕੈਮਰੇ ਦੇ ਉੱਤੇ ਕੁਝ ਸਾਡੀਆਂ ਅੰਦਰਲੀਆਂ ਕੀ ਗੱਲਾਂ, ਬਾਹਰਲੀਆਂ ਕੀ ਗੱਲਾਂ, ਉਹ ਗੱਲਾਂ ਮੈਂ ਮਤਲਬ ਇਸ ਚੀਜ਼ ਦੇ ਕੋਈ ਮੈਨੂੰ ਅਗਰ ਆਪਣੀ ਪੋਜੀਸ਼ਨ ਦੀ ਕਲੈਰਿਟੀਆਂ ਦੇਣੀਆਂ ਪੈ ਜਾਣ ਜਾਂ ਮੈਨੂੰ ਇਹ ਚੀਜ਼ਾਂ ਨੂੰ ਕਲੈਰੀਫਾਈ ਕਰਨਾ ਲੱਗ ਪਏ, ਫਿਰ ਜਿਨ੍ਹਾਂ ਨੂੰ ਮੇਰੇ ਤੇ ਵਿਸ਼ਵਾਸ ਆ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ, ਜਿਨ੍ਹਾਂ ਨੂੰ ਨਹੀਂ ਆ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ। ਸੋ ਇਹ ਕੈਮਰੇ ਦੇ ਉੱਤੇ ਇਹ ਗੱਲਾਂ ਕਰਨ ਦਾ ਕੋਈ ਤੁੱਕ ਨਹੀਂ। ਇਨਕਲੀਨੇਸ਼ਨ ਤਾਂ ਹੋਈ ਤੁਹਾਡੇ ਵੱਲ, ਕਿਉਂਕਿ ਪ੍ਰਧਾਨ ਬਣਨ ਤੋਂ ਬਾਅਦ ਤੁਹਾਡੇ ਵੱਲ ਆਉਂਦੇ ਆ ਨਵਜੋਤ ਸਿੰਘ ਸਿੱਧੂ। ਇਹ ਆਪਣੇ ਆਪ 'ਚ ਇੱਕ ਵੱਡਾ ਮੈਸੇਜ ਹੈ। 4 ਵੱਡੇ ਲੀਡਰਾਂ ਕੋਲੇ ਜਾਣਾ ਔਰ ਉਸ ਤੋਂ ਬਾਅਦ ਵਰਿੰਦਰ ਢਿੱਲੋਂ ਦੇ ਘਰ ਜਾਣਾ ਆਪਣੇ ਆਪ 'ਚ ਇੱਕ ਮੈਸੇਜ ਸੀਗਾ। ਦੇਖੋ, ਬਿਲਕੁਲ ਤੁਹਾਡੀ ਗੱਲ ਸਹੀ। ਉਹਨਾਂ ਨੇ ਮਾਨ ਸਤਿਕਾਰ ਦਿੱਤਾ ਔਰ ਉਹੀ ਮਾਨ ਸਤਿਕਾਰ ਸਾਡਾ ਵੀ ਫਰਜ਼ ਬਣਦਾ ਉਹਨਾਂ ਨੂੰ ਦੇਣ ਦਾ। ਜੇ ਕੋਈ ਘਰੇ ਜਿਵੇਂ ਉਹ ਆਏ, ਪੰਜਾਬ ਯੂਥ ਕਾਂਗਰਸ ਤੁਸੀਂ ਪਹਿਲਾਂ ਵੀ ਵੇਖਿਆ, ਪੰਜਾਬ ਯੂਥ ਕਾਂਗਰਸ ਪਹਿਲਾਂ ਵੀ ਚੱਲਦੀ ਸੀ। ਕੈਪਟਨ ਸਾਹਿਬ ਨੇ ਵੀ ਬਹੁਤ ਮਾਨ ਸਨਮਾਨ ਦਿੱਤਾ। ਕੈਪਟਨ ਸਾਹਿਬ ਨੇ ਵੀ ਕੋਈ ਇਸ ਚੀਜ਼ ਦੇ ਵਿੱਚ ਕਮੀ ਨਹੀਂ ਛੱਡੀ। ਔਂ ਹੀ ਤੁਸੀਂ ਅਗਰ ਕਹੋਗੇ ਵੀ ਸਿੱਧੂ ਸਾਹਿਬ ਨੇ ਜਿਸ ਤਰੀਕੇ ਨਾਲ ਉਹ ਘਰੇ ਆਏ ਔਰ ਇੱਕ ਨਵੀਂ ਉਮੀਦ ਲੈ ਕੇ ਆਏ, ਨੌਜਵਾਨਾਂ ਦੇ ਵਿੱਚ ਇੱਕ ਉਹਨਾਂ ਦੀ ਆਵਾਜ਼ ਆ, ਉਹਨਾਂ ਦੇ ਇੱਕ ਸਿਸਟਮ ਬਦਲਣ ਦੀ, ਜਿਹੜੀ ਆਪਾਂ ਸਾਰੇ ਗੱਲ ਕਰਦੇ ਸਿਸਟਮ ਤੋਂ, ਸਾਰੇ ਆਪਣਾ ਕੀ ਕਹਿੰਦੇ ਕਿਤੇ ਨਾ ਕਿਤੇ ਪਰੇਸ਼ਾਨ ਆ ਔਰ ਸਿੱਧੂ ਸਾਹਿਬ ਉਹ ਸਿਸਟਮ ਬਦਲਣ ਦੀ ਗੱਲ ਕਰਦੇ ਆ। ਉਹ ਚੀਜ਼ ਕਿਤੇ ਨਾ ਕਿਤੇ ਆਕਰਸ਼ਿਤ ਕਰਦੀ ਆ ਨੌਜਵਾਨਾਂ ਨੂੰ। ਉਹ ਨੌਜਵਾਨ ਜਿਹੜੇ ਆ ਉਸ ਗੱਲ ਨੂੰ ਦੇਖਦੇ ਆ ਔਰ ਉਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਆ। ਔਰ ਅਗਰ ਕੋਈ ਬੰਦਾ ਕ੍ਰੈਡੀਬਲ ਹੋਵੇ, ਗੱਲਾਂ ਤਾਂ ਸਾਰੇ ਸਿਸਟਮ ਬਦਲਣ ਦੀਆਂ ਕਰਦੇ ਆ, ਲੇਕਿਨ ਅਗਰ ਕੋਈ ਬੰਦਾ ਉਹਦੇ ਨਾਲ ਕ੍ਰੈਡੀਬਿਲਿਟੀ ਜੁੜੀ ਹੋਵੇ ਕਿਸੇ ਦੀ, ਔਰ ਅਗਰ ਉਹਦੇ ਨਾਲ ਕੋਈ ਆਪਾਂ ਇਹ ਗੱਲ ਕਹਿ ਸਕਦੇ ਆ ਵੀ ਹਾਂ ਇਹ ਕਰ ਸਕਦਾ ਵਾ, ਜੋ ਉਹ ਗੱਲਾਂ ਕਹਿ ਰਹੇ ਆ ਉਹਨਾਂ 'ਚ ਅਗਰ ਲੱਗਦਾ ਅਸੀਂ ਵੀ ਚਾਹੁੰਦੇ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ, ਔਰ ਅਗਰ ਕੌਣ ਉਹ ਕਰ ਸਕਦਾ ਵਾ ਔਰ ਕਿਵੇਂ ਉਹ ਹੋਣਗੀਆਂ, ਇਹਦਾ ਉਹ ਫਾਰਮੂਲਾ ਵੀ ਨਾਲ ਨਾਲ ਦਿੰਦੇ ਆ। ਔਰ ਅਗਰ ਇਹ ਚੀਜ਼ਾਂ ਹੋ ਜਾਣਗੀਆਂ ਤਾਂ ਇਹਦੇ ਨਾਲ ਪੰਜਾਬ ਦਾ ਵਾਕਈ ਭਲਾ ਹੋਊਗਾ। ਸੋ ਇਹਦੇ ਮੱਦੇ ਨਜ਼ਰ ਅਗਰ ਉਹ ਬਤੌਰ ਪਾਰਟੀ ਵੱਲੋਂ ਇੱਕ ਪ੍ਰਧਾਨ ਥਾਪੜੇ ਗਏ, ਰਾਹੁਲ ਜੀ ਨੇ ਉਹਨਾਂ ਨੂੰ ਪ੍ਰਧਾਨ ਲਾਇਆ, ਸਾਨੂੰ ਵੀ ਜਿਹੜੀ ਤਾਕਤ ਆ ਜਿਹੜੀ ਯੂਥ ਕਾਂਗਰਸ ਦੀ, ਮੈਂ ਵੀ ਪ੍ਰਧਾਨ ਜੇ ਹੈਗਾ ਵਾਂ, ਮੈਂ ਵੀ ਦਿੱਲੀ ਵੱਲੋਂ ਹੀ ਆਪਣਾ ਮੇਰੀ ਅਪਰੂਵਲ ਹੁੰਦੀ ਆ ਔਰ ਉੱਥੋਂ ਹੀ ਸਾਰਿਆਂ ਨੂੰ ਤਾਕਤ ਮਿਲਦੀ ਆ। CM ਸਾਹਿਬ ਨੇ ਸਰਕਾਰ ਚਲਾਉਣੀ ਆ, ਇੱਥੋਂ ਵੀ ਸਾਰਾ ਕੁਝ ਆਪਣਾ ਕੀ ਕਹਿੰਦੇ ਤੁਸੀਂ ਆਪਣੇ ਹਲਕਿਆਂ ਤੋਂ ਲੈ ਕੇ ਆਪਣੇ ਲੋਕਾਂ ਤੱਕ ਲੈ ਕੇ ਇਹਨਾਂ ਤੋਂ ਵੀ ਅਸੀਂ ਕੰਮ ਲੈਣੇ ਆ। ਇਹ ਕੋਈ ਵੱਖਰਾ ਕੋਈ ਹਿੰਦੁਸਤਾਨ ਪਾਕਿਸਤਾਨ ਤਾਂ ਨਹੀਂ ਹੈਗਾ ਨਾ। ਸਾਡੀ ਹੀ ਪਾਰਟੀ ਦੇ ਪ੍ਰਧਾਨ, ਸਾਡੀ ਹੀ ਪਾਰਟੀ ਦੇ ਮੁੱਖ ਮੰਤਰੀ, ਅਸੀਂ PYC ਦੇ ਪ੍ਰਧਾਨ। ਇੱਕ ਲਾਈਨ ਆਫ ਉਹ ਥਾਟ ਆ ਨਾ, ਪ੍ਰੋਟੋਕੋਲਸ ਆ, ਠੀਕ ਆ, ਕਿਸੇ ਨਾਲ ਡਿਫਰੈਂਸਿਸ ਹੋ ਸਕਦੇ ਆ, ਲੇਕਿਨ ਜਦੋਂ ਪਾਰਟੀ ਦੀ ਗੱਲ ਆਉਂਦੀ ਆ ਉਦੋਂ ਸਾਰੇ ਇਕੱਠੇ ਹੁੰਦੇ ਆ ਔਰ ਇੱਕ ਲਾਈਨ ਮੰਨਦੇ ਹੋ ਕਿ ਡਿਲੀਵਰ ਨਹੀਂ ਕਰ ਸਕੀ ਸਰਕਾਰ ਪਿਛਲੇ 4.5 ਸਾਲਾਂ 'ਚ? ਦੇਖੋ, ਐਵੇਂ ਇਹ ਗੱਲ ਕਹਿਣੀ, ਮੈਂ ਕਹਿੰਦਾ ਕੁਝ ਇਸ਼ੂਜ਼ ਅਨਰਿਜ਼ੋਲਵਡ ਹੈਗੇ ਆ, ਲੇਕਿਨ ਇਹੀ ਕਹਿਣਾ ਵੀ ਸਰਕਾਰ ਡਿਲੀਵਰ, ਇਹ ਗੱਲ ਕਿਹੜੇ ਇਸ਼ੂਜ਼ ਨੇ, ਕਿਹੜੇ ਮੁੱਦੇ ਆ ਤੁਹਾਨੂੰ ਲੱਗਦਾ ਜਿਹਦੇ ਤੇ ਸਿੱਧੂ ਸਾਹਿਬ ਆਉਣਗੇ ਤਾਂ ਕੰਮ ਹੋ ਸਕੂਗਾ? ਦੇਖੋ, ਜਿਹੜਾ ਕੈਪਟਨ ਸਾਹਿਬ ਨੇ ਵੀ ਕੰਮ ਕੀਤਾ, ਵੂਮਨ ਐਮਪਾਵਰਮੈਂਟ ਤੇ ਕੰਮ ਕੀਤਾ। ਪਹਿਲੇ ਸਮੇਂ 'ਚ ਕਦੋਂ 50% ਅਪਰ ਰਿਜ਼ਰਵੇਸ਼ਨ ਹੁੰਦੀ ਸੀ ਕੁੜੀਆਂ ਦੀ, ਅੱਜ ਕੁੜੀਆਂ ਨੂੰ ਇੱਕ ਹੱਕ ਮਿਲਿਆ ਵਾ। ਈਵਨ ਅਗਰ ਤੁਸੀਂ ਕਹੋ ਬੱਸਾਂ ਦੇ ਵਿੱਚ ਕੁੜੀਆਂ ਦੀ ਫ੍ਰੀ ਟਰੈਵਲ ਕੀਤੀ ਆ। ਮਤਲਬ ਮੈਂ ਤੁਹਾਨੂੰ ਜੈਂਡਰ ਵਾਈਜ਼ ਕਰ ਰਿਹਾ। ਔਂ ਹੀ ਤੁਸੀਂ ਅਗਰ ਵੇਖੋਗੇ ਕਰਜ਼ਾ ਮਾਫ ਹੋਇਆ, ਹਜ਼ਾਰਾਂ ਕਰੋੜਾਂ ਦਾ ਕਰਜ਼ਾ ਮਾਫ ਹੋਇਆ। ਕਿਸੇ ਦਾ ਸਾਰਾ ਹੋਇਆ ਨਹੀਂ ਹੋਇਆ ਉਹ ਡਿਬੇਟੇਬਲ ਹੈਗਾ, ਲੇਕਿਨ ਕਰਜ਼ਾ ਤਾਂ ਮਾਫ ਹੋਇਆ ਨਾ। ਔਂ ਹੀ ਤੁਸੀਂ ਅਗਰ ਗੱਲ ਕਰੋਗੇ ਵੀ ਅੱਜ ਦੇ ਸਮੇਂ ਦੇ ਵਿੱਚ ਜੋ ਐਜੂਕੇਸ਼ਨ ਦਾ ਸਤਰ ਆ ਔਰ ਜੋ ਪਿਛਲੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਐਜੂਕੇਸ਼ਨ ਦਾ ਸਤਰ ਸੀਗਾ, ਜ਼ਮੀਨ ਅਸਮਾਨ ਦਾ ਫਰਕ ਆ। ਅੱਜ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਬੱਚੇ ਸਰਕਾਰੀ ਸਕੂਲਾਂ 'ਚ ਜਾ ਰਹੇ ਆ, ਸਰਕਾਰੀ ਸਕੂਲਾਂ ਦੇ ਅਦਾਇਰੇ ਵਧੇ ਗਏ, ਲੇਕਿਨ ਨਾਲ ਇਹ ਵੀ ਇਸ਼ੂਜ਼ ਆ, ਟੀਚਰਸ ਦੇ ਇਸ਼ੂਜ਼ ਹੈਗੇ ਆ, ਨਾਲ ਉਸੇ ਤਾਜਪੋਸ਼ੀ ਸਮਾਗਮ ਤੋਂ ਬਾਅਦ ਟੀਚਰ ਉਸੇ ਪੰਜਾਬ ਕਾਂਗਰਸ ਦੀ ਛੱਤ ਤੇ ਚੜ੍ਹ ਗਏ ਸੀ। ਮੈਂ ਉਹੀ ਕਹਿ ਰਿਹਾ ਨਾ, ਅਸੀਂ ਕਦੋਂ ਕਹਿ ਰਹੇ ਹਾਂ ਵੀ ਸਾਰਾ ਕੁਝ ਸਭ ਸਹੀ ਹੋ ਗਿਆ, ਲੇਕਿਨ ਇਹ ਅਕਾਲੀ ਦਲ ਦੇ ਕੰਪੈਰੀਜ਼ਨ 'ਚ ਔਰ ਕਾਂਗਰਸ ਦੇ ਕੰਪੈਰੀਜ਼ਨ ਤੁਸੀਂ ਕਰੋ। ਜੋ ਅਕਾਲੀ ਦਲ ਦਾ 10 ਸਾਲਾਂ ਦਾ ਰਾਜ ਸੀ ਔਰ ਜੋ ਕਾਂਗਰਸ ਦਾ 5 ਸਾਲਾਂ ਦਾ ਰਾਜ ਰਿਹਾ, ਜ਼ਮੀਨ ਅਸਮਾਨ ਦਾ ਫਰਕ ਆ। ਅਕਾਲੀ ਦਲ ਨੇ ਪੰਜਾਬ ਨੂੰ ਥੱਲੇ ਤੱਕ ਧਕੇਲਿਆ, ਨਸ਼ਾ ਲਿਆਂਦਾ, ਗੁੰਡਾਗਰਦੀ ਲਿਆਂਦੀ, ਥਾਣਿਆਂ ਦੇ ਵਿੱਚ ਆਪਣਾ ਜਥੇਦਾਰੀ ਸਿਸਟਮ ਲਿਆਂਦਾ। ਇਹਨਾਂ ਨੇ ਹਰ ਚੀਜ਼ ਦੀ ਧੱਜੀਆਂ ਉਡਾਈਆਂ, ਇੰਸਟੀਟਿਊਸ਼ਨਸ ਦਾ ਘਾਣ ਕੀਤਾ। ਅੱਜ ਇੰਸਟੀਟਿਊਸ਼ਨਸ ਦੀ ਆਪਾਂ ਗੱਲ ਕਰ ਰਹੇ ਹਾਂ, ਇੰਸਟੀਟਿਊਸ਼ਨਸ ਨੂੰ ਇੱਕ ਫਰੇਮਵਰਕ ਵਿੱਚ ਲੈ ਕੇ ਆਂਦਾ। ਠੀਕ ਆ, ਅਫਸਰਸ਼ਾਹੀ ਭਾਰੀ, ਅਸੀਂ ਆਪ ਮੰਨਦੇ ਹਾਂ ਕਿਤੇ ਨਾ ਕਿਤੇ ਅਫਸਰਸ਼ਾਹੀ ਸਾਡੇ ਵਰਕਰਾਂ ਦੀ ਇੱਕ ਉਹ ਗੱਲ ਹੈਗੀ ਹੈ। ਅਸੀਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਨਹੀਂ ਰਿਜ਼ੋਲਵ ਕਰ ਸਕੇ, ਲੇਕਿਨ ਇਹ ਕਹਿਣਾ ਵੀ ਅਕਾਲੀ ਦਲ ਔਰ ਕਾਂਗਰਸ ਦੇ ਮੁਕਾਬਲੇ ਸਾਡੇ ਆਪਸੀ ਇੰਟਰਨਲ ਡਿਫਰੈਂਸਿਸ ਹੋ ਸਕਦੇ ਆ, ਸਵਾਲ ਚੱਕੇ ਜਾ ਸਕਦੇ ਆ, ਲੇਕਿਨ ਅਕਾਲੀ ਦਲ ਦੇ ਕੰਪੈਰੀਜ਼ਨ 'ਚ ਬਹੁਤ ਜ਼ਿਆਦਾ ਆਪਣਾ ਮੈਂ ਕਹੂੰਗਾ ਵੀ ਬਹੁਤ ਵਧੀਆ ਇੰਪਰੂਵਮੈਂਟ ਰਹੀ ਆ। ਇਸੇ ਕਰਕੇ ਸ਼ਾਇਦ ਅਕਾਲੀ ਦਲ ਵਾਪਸ ਨਹੀਂ ਆ ਪਾ ਰਿਹਾ। ਅਕਾਲੀ ਦਲ ਅੱਜ ਆਪਣੇ ਪੈਰਾਂ ਤੇ ਨਹੀਂ ਖੜਾ ਹੋ ਪਾ ਰਿਹਾ। ਅਕਾਲੀ ਦਲ ਨੇ ਬਰਗਾੜੀ ਔਰ ਆਪਣਾ ਬਹਿਬਲ ਕਲਾਂ ਦੇ ਵਿੱਚ ਜਿਸ ਤਰੀਕੇ ਦੇ ਇਨਸਾਫ ਦੀ ਗੱਲ ਕੀਤੀ, ਇਹਨਾਂ ਨੇ ਪਰਚਾ ਤੱਕ ਨਹੀਂ ਦਰਜ ਕੀਤੇ ਔਰ ਨਾ ਇਹਨਾਂ ਨੇ ਕੋਈ ਬੰਦੇ ਫੜੇ, ਨਾ ਕੋਈ ਗੱਲਬਾਤ ਕੀਤੀ। ਅੱਜ
ਉਸ ਕੰਮ ਦੇ ਵਿੱਚ ਵੀ ਗੱਲਾਂ ਅੱਗੇ ਤੱਕ ਵਧੀਆਂ ਵਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਵੇਖੋਗੇ ਵੀ ਚੀਜ਼ਾਂ ਹੋਰ ਅੱਗੇ ਸਾਫ਼ ਸੁਥਰੀਆਂ ਹੋਣਗੀਆਂ ਔਰ ਦਰੁਸਤ ਹੋਣਗੀਆਂ। ਸਾਡੀ ਪਾਰਟੀ ਦੇ ਇੰਟਰਨਲ ਕੀ ਫੈਸਲੇ ਆ ਉਹ ਸਾਡੇ ਤੇ ਛੱਡੇ ਜਾਣ, ਉਹ ਅਸੀਂ ਉਹ ਸਾਡਾ ਹੱਕ ਆ, ਉਹ ਅਸੀਂ ਮੀਡੀਆ ਤੋਂ ਪੁੱਛ ਕੇ ਜਾਂ ਦੱਸ ਕੇ ਜਾਂ ਉੱਪਰ ਬਿਆਨ ਕਰਕੇ ਨਹੀਂ ਕਰਨੇ। ਸਾਡੀ ਕੀ ਇਨਕਲੀਨੇਸ਼ਨਸ ਆ ਜਾਂ ਸਾਡਾ ਕੀ ਆ ਉਹ ਸਾਡੇ ਇੰਟਰਨਲ ਫੈਸਲੇ ਆ। ਇੰਨਾ ਰਾਈਟ ਮੀਡੀਆ ਨੂੰ ਆਪ ਸੱਦ ਕੇ ਢਿੱਲੋਂ ਸਾਹਿਬ ਮੀਡੀਆ ਕੋਲ ਤਾਂ ਆਪ ਸੱਦ ਕੇ ਸਾਰਿਆਂ ਨੇ ਗੱਲਾਂ ਕੀਤੀਆਂ, ਸਾਰੇ ਵਿਧਾਇਕਾਂ ਨੇ ਕੀਤੀਆਂ। ਅੱਜ ਇੱਕ ਮੇਰਾ ਸਵਾਲ, ਮੇਰੀ ਗੱਲ ਕੰਪਲੀਟ ਹੋ ਲੈਂਦਾ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਸਾਡੀ ਇੰਟਰਨਲ ਪਾਰਟੀ ਦੇ ਜੋ ਫੈਸਲੇ ਆ, ਜੋ ਸਾਡੀ ਇੰਟਰਨਲ ਪੀਸੀਸੀ ਪ੍ਰਧਾਨ ਸਾਡਾ ਇੰਟਰਨਲ ਪਾਰਟੀ ਦਾ ਫੈਸਲਾ ਵਾ, ਉਹ ਕੋਈ ਲੋਕਾਂ ਤੋਂ ਨਹੀਂ ਹੈਗਾ ਫੈਸਲਾ ਵੀ ਉਹ ਇਲੈਕਟਡ ਫੈਸਲਾ ਵਾ ਕੋਈ, ਉਹ ਸਾਡੀ ਇੰਟਰਨਲ ਪਾਰਟੀ ਦੀ ਡਿਸੀਜਨ ਮੇਕਿੰਗ ਆ। ਉਹਦੇ ਵਿੱਚ ਜੋ ਕੋਈ ਡਿਸੀਜਨ ਲੈਂਦੇ ਆ ਉਹ ਸੀਐਮ ਸਾਹਿਬ ਨੇ ਵੀ ਉਹ ਡਿਸੀਜਨ ਨੂੰ ਮੰਨਿਆ, ਉਹ ਸਾਡੀ ਇੰਟਰਨਲ ਪਾਰਟੀ ਡਿਸਕਸ਼ਨਸ ਆ। ਇੰਟਰਨਲ ਪਾਰਟੀ ਤੁਹਾਡੇ ਆਰਗੇਨਾਈਜੇਸ਼ਨ, ਤੁਹਾਡੀ ਇੱਕ ਬੜਾ ਰਿਸਪੈਕਟੇਬਲ ਚੈਨਲ ਆ, ਤੁਸੀਂ ਆਰਗੇਨਾਈਜੇਸ਼ਨ ਕਿਸ ਨੂੰ ਕੀ ਬੀਟ ਦਿੰਦੇ ਜੇ, ਕਿਸ ਨੂੰ ਤੁਸੀਂ ਕਿਹੜੀ ਪੋਸਟ ਤੇ ਬਿਠਾਉਂਦੇ ਜੇ, ਉਹਦੇ ਤੇ ਮੈਂ ਟਿੱਪਣੀਆਂ ਕਰਦਾ ਠੀਕ ਨਹੀਂ ਲੱਗਦਾ ਨਾ। ਮੈਂ ਕਹਾਂ ਵੀ ਸਿਮਰਨਜੀਤ ਤੁਹਾਡੀ ਫਲਾਣੇ ਕੈਮਰਾਮੈਨ ਨਾਲ ਠੀਕ ਆ ਕਿ ਤੁਹਾਡੀ ਫਲਾਣੇ ਨਾਲ ਠੀਕ ਆ ਜਾਂ ਫਲਾਣੇ ਨਾਲ ਠੀਕ ਆ, ਉਹ ਤੁਹਾਡੀ ਇੱਕ ਮਰਿਆਦਾ ਮਾਨ ਮਰਿਆਦਾ ਹੁੰਦੀ। ਮੇਰਾ ਕਹਿਣ ਦਾ ਮਤਲਬ ਆ ਉਹ ਤੁਹਾਡੇ ਪਰਸਨਲ ਇਨਕਲੀਨੇਸ਼ਨਸ ਆ। ਹੁਣ ਮੈਨੂੰ ਵੀ ਪਤਾ ਵੀ ਤੁਹਾਡੀ, ਹੁਣ ਮੰਨ ਲਓ ਚਲੋ ਤੁਸੀਂ ਮੇਰਾ ਸਵਾਲ ਲੈ ਲਓ, ਤੁਹਾਡਾ ਔਨ 에ਅਰ ਚੈਨਲ ਆ, ਮੈਂ ਕਹਾਂ ਤੁਹਾਡੀ ਡੇਲੀ ਪੋਸਟ ਵਾਲਿਆਂ ਨਾਲ ਕਿਵੇਂ ਸੀ, ਜਾਂ ਮੈਂ ਕਹਾਂ ਤੁਹਾਡੀ ਆਪਣਾ ਪ੍ਰੋ ਪੰਜਾਬ ਵਾਲਿਆਂ ਨਾਲ, ਉਹ ਵੀ ਵੈਬ ਉਹੀ ਸਪੇਸ ਕੰਪਲੀਟ ਕਰ ਰਹੇ ਹੋ ਨਾ ਤੁਸੀਂ। ਮੇਰਾ ਸਵਾਲ ਲੈ ਲਓ ਜੀ। ਜੇ ਮੇਰਾ ਇੰਟਰਨਲ ਰੌਲਾ ਆਪਦੇ ਦਫ਼ਤਰ ਦੇ ਵਿੱਚ ਹੀ ਨਿਬੜੂਗਾ ਫਿਰ ਤੁਸੀਂ ਸਵਾਲ ਨਹੀਂ ਕਰੋਗੇ। ਜੇ ਸਾਰੇ ਪੰਜਾਬ ਦੇ ਵਿੱਚ ਢਿੰਡੋਰਾ ਪਿੱਟ ਦੂੰਗਾ, ਦਿਨ ਰਾਤ ਮੈਂ ਟਵੀਟ ਕਰੂੰਗਾ ਵੀ ਮੇਰਾ ਕੈਮਰਾਮੈਨ ਨਾਲ ਆਹ ਰੌਲਾ ਹੈ, ਮੇਰਾ ਰਿਪੋਰਟਰ ਨਾਲ ਆਹ ਰੌਲਾ ਹੈ, ਤਾਂ ਲੋਕ ਤਾਂ ਆਉਣਗੇ ਨਾ ਸਵਾਲ ਕਰਨ। ਉਹਨਾਂ ਨੇ ਨਵਜੋਤ ਸਿੱਧੂ ਰੋਜ਼ ਟਵੀਟ ਕਰਦੇ ਰਹੇ, ਸੀਰੀਜ਼ ਆਫ ਟਵੀਟ ਹੁੰਦੇ ਰਹੇ, ਸਾਰੇ ਆਗੂ ਬੋਲਦੇ ਰਹੇ, ਦਿੱਲੀ ਦੇ ਵਿੱਚ ਮੀਟਿੰਗਸ ਹੁੰਦੀਆਂ ਰਹੀਆਂ, ਰਾਹੁਲ ਗਾਂਧੀ ਤੱਕ ਨੂੰ ਟਵੀਟ ਕਰਨੇ ਪੈ ਗਏ, ਸਾਰਾ ਕੁਝ ਹੋਇਆ ਨਾ। ਜੇ ਡਰਾਇੰਗ ਰੂਮ 'ਚ ਬਹਿ ਕੇ ਗੱਲਾਂ ਫੈਸਲੇ ਹੋ ਜਾਂਦੇ ਫਿਰ ਮੀਡੀਆ ਸਵਾਲ ਹੀ ਨਹੀਂ ਸੀ ਕਰਦਾ। ਅੱਜ ਕੱਲ੍ਹ ਤਰਾਸ਼ਦੀ ਇਹ ਆ ਵੀ ਮੀਡੀਆ ਇੱਥੋਂ ਤੱਕ ਵੀ ਲੈਂਬਰ ਦੀ ਲੜਾਈ ਕਿਹਦੇ ਨਾਲ ਹੋ ਗਈ, ਉਹਦੀ ਪਤਨੀ ਨਾਲ ਲੜ ਪਏ, ਉਹਦਾ ਇਹ ਕਰ ਗਏ। ਤੁਸੀਂ ਸਾਰੇ ਇਸ ਇਸ਼ੂ ਨੂੰ ਮੀਡੀਆ ਤੇ ਨਾ ਰੱਖੋ, ਸਾਰੇ ਇਸ ਇਸ਼ੂ ਨੂੰ। ਢਿੱਲੋਂ ਸਾਹਿਬ ਤੁਸੀਂ ਬੜੇ ਮੈਚੁਰ ਸਿਆਸਤਦਾਨ ਹੋ, ਸਾਰੇ ਇਸ ਇਸ਼ੂ ਮੇਰਾ ਕਹਿਣ ਦਾ ਕੀ ਮਤਲਬ, ਮੈਂ ਤੁਹਾਨੂੰ ਮੀਡੀਆ ਜਿਵੇਂ ਤੁਸੀਂ ਸਾਡੇ ਤੇ ਸਵਾਲ ਚੱਕ ਸਕਦੇ ਹੋ, ਅਸੀਂ ਵੀ ਕਹਿ ਸਕਦੇ ਹਾਂ। ਅੱਜ ਕੱਲ ਤੁਸੀਂ ਵੇਖੋ ਵੀ ਸਵਾਲ ਕੀ ਚੱਕੇ ਜਾਂਦੇ ਆ, ਉਹ ਘਰ ਵਾਲੀ ਲੜ ਪਏ, ਉਹ ਵੀ ਵਾਇਰਲ ਹੋ ਰਹੀਆਂ ਚੀਜ਼ਾਂ, ਥੱਪੜ ਕਿਸੇ ਨੇ ਕਿਸੇ ਦੇ ਮਾਰਤਾ। ਤੁਸੀਂ ਤਾਂ ਬੜੇ ਰਿਸਪੌਂਸਿਬਲ, ਔਰ ਮੈਂ ਯੂਨੀਵਰਸਿਟੀ 'ਚ ਆਪਾਂ ਤੁਸੀਂ ਵੀ ਰਹੇ ਹੋ, ਮਤਲਬ ਉੱਥੋਂ ਤੁਸੀਂ ਜਰਨਲਿਜ਼ਮ ਕੀਤਾ। ਜਰਨਲਿਜ਼ਮ ਦਾ ਵੀ ਅਗਰ ਮੈਂ ਕਹੂੰਗਾ ਪੋਲਿਟਿਕਸ ਦਾ ਸਤਰ ਗਿਰਿਆ ਤੇ ਕਿਤੇ ਨਾ ਕਿਤੇ ਜਰਨਲਿਜ਼ਮ ਦਾ ਵੀ ਸਤਰ ਜਿਹੜਾ ਵਾ ਬਹੁਤ ਨਿੱਜੀ ਲੈਵਲ ਦੇ ਉੱਤੇ, ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ ਇੱਕ ਇਸ ਹੱਦ ਤੇ ਪਹੁੰਚ ਗਿਆ ਜਿੱਥੇ ਕਈ ਵਾਰ ਤੁਹਾਨੂੰ ਲੱਗਦਾ ਵੀ ਯਾਰ ਇਹ ਇਸ਼ੂਜ਼ ਜਿਹੜੇ ਆ ਇੱਕ ਪਰਸਨਲ ਸਪੇਸ ਨੂੰ ਇਰੋਡ ਕਰਨਾ। ਔਰ ਉਹੀ ਸਾਡੀ ਪਾਰਟੀ ਦੀ, ਠੀਕ ਹੈ ਤੁਹਾਡੀ ਗੱਲ ਠੀਕ ਹੈ, ਜਦੋਂ ਪਬਲਿਕ, ਲੇਕਿਨ ਤੁਸੀਂ ਬਹੁਤ ਖੂਬਸੂਰਤੀ ਨਾਲ ਸਿਆਸਤ ਸਿੱਖ ਗਏ ਹੋ। ਸਿੱਧੂ ਸਾਹਿਬ ਮੇਰੇ ਯਾਦ ਹੈ ਯੂਨੀਵਰਸਿਟੀ ਦਾ ਦੌਰ ਤੇ ਹੁਣ ਦਾ ਦੌਰ ਕਿ ਕਿਵੇਂ ਸਵਾਲ ਨੂੰ ਡਾਇਲੂਟ ਕਰਕੇ ਤੁਸੀਂ ਹੋਰ ਪਾਸੇ ਲੈ ਗਏ ਹੋ। ਸਿੱਧੂ ਸਾਹਿਬ ਦੀ ਵੀ ਜਿਹੜੀ ਗੱਲ ਕਰਦੇ ਉਹਨਾਂ ਨੇ ਇਸ਼ੂਜ਼ ਚੱਕੇ, ਉਹਨਾਂ ਨੇ ਕਿਸੇ ਅੱਜ ਤੱਕ ਠੀਕ ਆ ਕਿਤੇ ਇੱਕ ਦੋ ਤਲਖੀ 'ਚ ਬਿਆਨ ਆਏ ਹੋਣੇ ਆ, ਕਿਸੇ ਦਾ ਕੁਝ ਹੋ ਗਿਆ ਹੋਣਾ। ਕੈਪਟਨ ਸਾਹਿਬ ਨੇ ਵੀ ਇਸ਼ੂਜ਼ ਦੇ ਜਵਾਬ ਦਿੱਤੇ, ਇਸ਼ੂਜ਼ ਬੇਸਡ ਪੋਲਿਟਿਕਸ ਆਪਾਂ ਗੱਲ ਕਰ ਰਹੇ ਹਾਂ। ਅਗਰ ਸਿੱਧੂ ਸਾਹਿਬ ਨੇ ਜਵਾਬ ਚੱਕੇ, ਉਹਨਾਂ ਨੇ ਇਸ਼ੂਜ਼ ਕਹੇ ਵੀ ਆਹ ਇਸ਼ੂਜ਼ ਅਨਰਿਜ਼ੋਲਵਡ ਆ, ਉਹੀ ਕੈਪਟਨ ਸਾਹਿਬ ਨੇ ਜਿਹੜੇ ਕੰਮ ਕੀਤੇ, ਅਗਰ ਮੈਨੀਫੈਸਟੋ 'ਚ ਪੂਰਾ ਕੀਤਾ, ਉਹਨਾਂ ਨੇ ਉਹਦੀਆਂ ਗੱਲਾਂ ਕੀਤੀਆਂ। ਮੁੱਦਾ ਕੈਪਟਨ ਅਮਰਿੰਦਰ ਸਿੰਘ ਵਰਸਸ ਨਵਜੋਤ ਸਿੱਧੂ ਨਾਲ ਇੰਪੋਰਟੈਂਟ ਇਹ ਆ ਕਿ ਪੰਜਾਬ ਦੇ ਵਿੱਚ ਪ੍ਰੋਗਰੈਸ ਹੋਈ, ਕੀ ਪੰਜਾਬ ਦੇ ਵਿੱਚ ਉਮੀਦ ਜਗੀ, ਕੀ ਪੰਜਾਬ ਦੇ ਵਿੱਚ ਦਲਦਲ 'ਚੋਂ ਬਾਹਰ ਨਿਕਲਿਆ। ਇਹ ਮੁੱਦਿਆਂ ਦੇ ਉੱਤੇ ਸਾਨੂੰ ਵੀ ਬੋਲਣ ਦਾ ਸਵਾਦ ਆਉਂਦਾ। ਹੁਣ ਅਸੀਂ ਕਹੀਏ ਵੀ ਹੁਣ ਕਿਸੇ ਨੇ ਕਿਸੇ ਨੂੰ ਹੱਥ ਮਿਲਾ ਲਿਆ, ਕੋਈ ਕਿਸੇ ਦੇ ਘਰ ਚਲਾ ਗਿਆ, ਕੋਈ ਕਿਸੇ ਦੇ ਪੈਰੀ ਹੱਥ ਲਾ ਗਿਆ, ਕੋਈ ਕਿਸੇ ਦੇ ਪੈਰੀ ਹੱਥ ਨਹੀਂ ਲਾ ਗਿਆ। ਇਹ ਪਬਲਿਕ ਇੰਪੋਰਟੈਂਸ ਔਰ ਨੈਸ਼ਨਲ ਇੰਪੋਰਟੈਂਸ ਜਦੋਂ ਬਣ ਜਾਂਦੀ ਆ ਤੇ ਫਿਰ ਮੈਨੂੰ ਲੱਗਦਾ ਵੀ ਅਸੀਂ ਇਸ਼ੂਜ਼ ਨੂੰ ਡਾਇਲਿਊਟ ਕਰ ਰਹੇ ਹਾਂ। ਇਸ਼ੂਜ਼ ਦੇ ਉੱਤੇ ਮੈਂ ਵੀ ਜਵਾਬ ਤਰਕ ਦੇ ਨਾਲ ਜਵਾਬ ਦੇਣ ਨੂੰ ਮੈਂ ਵੀ ਤਿਆਰ ਬੈਠਾ। ਜਿੱਥੇ ਕਮੀਆਂ ਹੋਣਗੀਆਂ ਮੈਂ ਬੋਲੂੰਗਾ ਵੀ ਹਾਂ ਅਸੀਂ ਇਹ ਕਮੀਆਂ ਰਹੀਆਂ, ਇੱਥੇ ਸਾਡੀ ਕਮੀ ਰਹੀ, ਅਸੀਂ ਚੀਜ਼ਾਂ ਚੰਗੀਆਂ ਕੀਤੀਆਂ। ਤੁਹਾਨੂੰ ਲੱਗਦਾ ਰੇਤੇ ਤੇ ਕੰਟਰੋਲ ਨਹੀਂ ਕਰ ਸਕੇ? ਦੇਖੋ ਇਹ ਵੀ ਫਿਰ ਉਹੀ ਗੱਲ ਆ ਜਾਂਦੀ ਹੈ, ਜੋ ਅਕਾਲੀ ਦਲ ਦੇ ਟਾਈਮ ਦੇ ਵਿੱਚ ਰੈਵਨਿਊ ਸੀ ਔਰ ਜੋ ਅੱਜ ਰੈਵਨਿਊ ਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਅਕਾਲੀ ਦਲ ਦੇ ਟਾਈਮ ਦੇ ਵਿੱਚ ਤੋਂ ਰੈਵਨਿਊ ਇੰਕਰੀਜ਼ ਹੋਇਆ, ਹਾਂ ਰੈਵਨਿਊ ਹੋਰ ਇੰਕਰੀਜ਼ ਹੋ ਸਕਦਾ ਵਾ, ਲੇਕਿਨ ਉਹਦੇ ਵਾਸਤੇ ਫਿਰ ਸਰਕਾਰ ਨੂੰ ਵੀ ਉਸ ਹਿਸਾਬ ਦੀ ਘੇਰਾਬੰਦੀ ਕਰਨੀ ਪੈਣੀ ਆ। ਅੱਜ ਇਨਫਰਾਸਟ੍ਰਕਚਰ ਪ੍ਰੋਬਲਮਸ ਬਹੁਤ ਆ। ਅੱਜ ਮਾਈਨਿੰਗ ਡਿਪਾਰਟਮੈਂਟ ਨੂੰ ਪਿੱਛੇ ਮੈਂ ਦੇਖ ਰਿਹਾ ਸੀਗਾ, ਸੀਐਮ ਸਾਹਿਬ ਨੇ ਇੱਕ ਵੱਖਰਾ ਵਿੰਗ ਦੇ ਦਿੱਤਾ ਇਲੀਗਲ ਮਾਈਨਿੰਗ ਔਰ ਲੀਗਲ ਮਾਈਨਿੰਗ। ਇਹਦੀ ਵੀ ਇੱਕ ਜਿਹੜੀ ਮੈਂ ਉਮੀਦ ਕਰਦਾ ਵੀ ਤੁਹਾਡੇ ਵਰਗੇ ਰਿਸਪੌਂਸੀਬਲ ਚੈਨਲਸ ਇਸ ਚੀਜ਼ ਨੂੰ ਹਾਈਲਾਈਟ ਕਰਨ। ਹਰ ਠੇਕੇਦਾਰ ਚੋਰ ਨਹੀਂ ਆ, ਹਰ ਬਿਜ਼ਨਸਮੈਨ ਚੋਰ ਨਹੀਂ ਆ। ਆਪਾਂ ਹਰ ਬਿਜ਼ਨਸਮੈਨ ਨੂੰ ਚੋਰ ਪੇਂਟ ਕਰ ਦੇਣਾ, ਹਰ ਠੇਕੇਦਾਰ ਨੂੰ ਜਿੰਨੇ ਕੋਲ ਕੰਟਰੈਕਟ ਆ ਉਹਨੂੰ ਵੀ ਚੋਰ ਪੇਂਟ ਕਰਨ ਦੇ ਨਾਲ ਰੈਵਨਿਊ ਕਿੱਥੋਂ ਆਉਣਾ ਸਰਕਾਰ ਦੇ ਕੋਲ?
ਰੈਵਨਿਊ ਇਹ ਚੀਜ਼ਾਂ ਤੋਂ ਆਉਣਾ। ਹਾਂ, ਲੇਕਿਨ ਅਗਰ ਰੈਵਨਿਊ ਵਧਾਇਆ ਜਾ ਸਕਦਾ ਵਾ, ਬਿਲਕੁਲ ਵਧਾਇਆ ਜਾਵੇ। ਅਗਰ ਪੋਲੀਟੀਸ਼ੀਅਨ ਵਿੱਚੋਂ ਪੈਸਾ ਖਾਂਦਾ ਵਾ, ਉਹਨੂੰ ਐਕਸਪੋਜ਼ ਕੀਤਾ ਜਾਵੇ। ਕੀ ਕਾਂਗਰਸ ਦੇ ਸਾਰੇ ਵਿਧਾਇਕ ਕਲੀਨ ਨੇ? ਮੇਰਾ ਅਧਿਕਾਰ ਖੇਤਰ ਨਹੀਂ ਆ ਇਹਦੇ ਤੇ ਬੋਲਣਾ, ਲੇਕਿਨ ਮੈਨੂੰ ਬਹੁਤ ਉਮੀਦ ਆ ਜੋ ਅਕਾਲੀ ਦਲ ਦੇ ਟਾਈਮ ਦੇ ਵਿੱਚ ਜਿਵੇਂ ਰਾਜਨੀਤੀ 'ਚ ਕਰਦੇ ਸੀ ਉਸ ਹਿਸਾਬ ਨਾਲ ਨਹੀਂ ਹੈਗਾ। ਔਰ ਕਰਪਸ਼ਨ ਦੀ ਗੱਲ ਵੀ ਤੁਸੀਂ ਕਰ ਰਹੇ ਹੋ ਜਾਂ ਹੋਰ ਵੀ ਤੁਸੀਂ ਗੱਲਾਂ ਕਰ ਰਹੇ ਹੋ, ਮੈਂ ਫਿਰ ਤੁਹਾਨੂੰ ਕਹਿੰਦਾ ਕਈ ਇਸ਼ੂਜ਼ ਆ ਜਿਹੜੇ ਅਨਰਿਜ਼ੋਲਵਡ ਆ, ਲੇਕਿਨ ਸਾਡੇ ਕੋਲ ਸਮਾਂ ਜਿੰਨਾ ਹੈਗਾ ਅਸੀਂ ਉਹਦੇ ਵਿੱਚ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਔਰ ਵਧੀਆ ਤਰੀਕੇ ਨਾਲ ਅਸੀਂ ਅੱਗੇ ਵੀ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਅਗਰ ਕੋਈ ਇਸ਼ੂਜ਼ ਅਨਰਿਜ਼ੋਲਵਡ ਰਹਿਣਗੇ ਤਾਂ ਲੋਕਾਂ ਦੇ ਕਚਹਿਰੀ ਵਿੱਚ ਜਾਣਾ ਹੀ ਜਾਣਾ, ਫੈਸਲਾ ਲੋਕਾਂ ਨੇ ਕਰਨਾ। ਅਸੀਂ ਆਪਣਾ ਰਿਪੋਰਟ ਕਾਰਡ ਰੱਖਾਂਗੇ, ਦੂਜੇ ਆਪਣਾ ਰਿਪੋਰਟ ਕਾਰਡ ਰੱਖਣ, ਉਹਦੇ ਜੋ ਫੈਸਲਾ ਲੋਕ ਕਰਨਗੇ ਉਹ ਸਭ ਨੂੰ ਪ੍ਰਵਾਨ ਹੋਣਾ ਚਾਹੀਦਾ। ਪ੍ਰੈਸ਼ਰ ਸੀਗਾ ਕੋਈ? ਨਹੀਂ, ਐਵੇਂ ਤੁਹਾਨੂੰ ਲੱਗਦਾ? ਤੁਹਾਡੇ ਸਵਾਲ ਆ ਤਾਂ ਅਸੀਂ ਜਿੰਨੇ ਮਰਜ਼ੀ ਨੂੰ ਗੋਲਮੋਲ ਕਰੀ ਚੱਲੋ। ਮੇਰਾ ਸਿਰਫ ਇੰਨਾ ਕਹਿਣ ਦਾ ਮਤਲਬ ਆ ਵੀ ਅਕਾਲੀ ਦਲ ਦੇ ਕੰਪੈਰੀਜ਼ਨ 'ਚ ਔਰ ਕਾਂਗਰਸ ਦੇ ਕੰਪੈਰੀਜ਼ਨ, ਇਹ ਦੋ ਪਾਰਟੀਆਂ ਨੂੰ ਜ਼ਰੂਰ ਕੰਪੇਅਰ ਕਰਨਾ ਚਾਹੀਦਾ। ਔਰ ਤੀਜੀ ਹੈਗੀ ਆਮ ਆਦਮੀ ਪਾਰਟੀ। ਅੱਜ ਮੁਕਾਬਲਾ ਹਾਲੇ ਕਿ ਆਮ ਆਦਮੀ ਅੱਜ ਦੇ ਸਮੇਂ 'ਚ ਜਿਵੇਂ ਆ ਰਿਹਾ ਬਾਹਰ ਹੋ ਰਹੀ ਆ, ਕਿਉਂਕਿ ਸ਼ਾਇਦ ਅਗਰ ਸਭ ਤੋਂ ਵੱਡਾ ਡੈਂਟ ਪਿਆ ਜਿਹੜਾ ਇਸ ਚੀਜ਼ ਨਾਲ ਪਿਆ, ਕਿਉਂਕਿ ਆਮ ਆਦਮੀ ਵੀ ਇੱਕ ਵੱਖਰੀ ਪੋਲਿਟਿਕਸ ਦੀ ਗੱਲ ਕਰਦੇ ਸੀ, ਇੱਕ ਨਵੀਂ ਰਾਜਨੀਤੀ ਲਿਆਉਣ ਦੀ ਗੱਲ ਕਰਦੇ ਸੀ। ਉਹ ਰਾਜਨੀਤੀ ਪਤਾ ਨਹੀਂ ਉਹ ਲਿਆ ਸਕਣਗੇ ਕਿ ਨਹੀਂ ਲਿਆ ਸਕਣਗੇ, ਲੇਕਿਨ ਉਹਨਾਂ ਵਾਸਤੇ ਉਹਨਾਂ ਨੂੰ ਚਿਹਰਿਆਂ ਦੀ ਲੋੜ ਸੀ ਔਰ ਅੱਜ ਉਹਨਾਂ ਕੋਲ ਚਿਹਰਾ ਨਹੀਂ ਹੈਗਾ। ਅੱਜ ਉਹਨਾਂ ਕੋਲ ਚਿਹਰਿਆਂ ਦੀ ਕਮੀ ਆ, ਅੱਜ ਉਹਨਾਂ ਕੋਲ ਕ੍ਰੈਡੀਬਲ ਫੇਸ ਨਹੀਂ ਹੈਗਾ। ਸ਼ਾਇਦ ਇਹ ਕਾਰਨ ਆ ਜਿਹਦੇ ਕਰਕੇ ਵੀ ਸ਼ਾਇਦ ਅੱਜ ਆਮ ਆਦਮੀ ਪਿਛੜਦੀ ਜਾ ਰਹੀ ਆ, ਜਦਕਿ ਇੱਕ ਟਾਈਮ ਦੇ ਉੱਤੇ ਪਿਛਲੀ ਵਾਰ ਵੀ ਆਮ ਆਦਮੀ ਦੀ ਬੜੀ ਵੇਵ ਸੀ, ਤੁਸੀਂ ਆਪ ਵੇਖਿਆ, ਸੀ ਵੀ ਵੇਖਿਆ। ਮੈਂ ਆਮ ਆਦਮੀ ਤੋਂ ਹਾਰਿਆ, ਮੈਂ ਉੱਥੇ ਇਲੈਕਸ਼ਨ ਵੀ ਹਾਰਿਆ ਔਰ ਉਹ ਜਿਹੜੀ ਮੈਂ ਇਲੈਕਸ਼ਨ ਇਸ ਕਰਕੇ ਮੈਂ ਖੁਦ ਵੇਖੀ ਆ, ਉਹ ਵੇਵ ਹੀ ਸੀ। ਉਹਨਾਂ ਨੂੰ ਇਹ ਮਤਲਬ ਨਹੀਂ ਸੀ ਵੀ ਚਿਹਰਾ ਕਿਹੜਾ ਵਾ, ਉਦੋਂ ਇੱਕ ਥਾਟ ਦੇ ਨਾਲ ਲੋਕ ਜੁੜ ਗਏ ਔਰ ਉਹ ਥਾਟ ਨੂੰ ਅੱਜ ਉਹਨਾਂ ਨੇ ਉਹ ਥਾਟ ਹੀ ਖਤਮ ਕਰਤੀ। ਅੱਜ ਉਹ ਥਾਟ ਉਹ ਖਤਮ ਹੋ ਚੁੱਕੀ ਹੈ ਮੇਰੇ ਹਿਸਾਬ ਨਾਲ। ਜਿਹੜੀ ਉਹ ਰਵਾਇਤੀ ਪਾਰਟੀਆਂ ਨੂੰ ਹਰ ਵਾਰ ਸਾਰੇ ਲੋਕ ਗਾਲਾਂ ਕੱਢਦੇ ਆ, ਲੇਕਿਨ ਰਵਾਇਤੀ ਪਾਰਟੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਪੰਜਾਬ ਨੂੰ ਖੜਾ ਕਰਨ ਦਾ ਬਹੁਤ ਵੱਡਾ ਯੋਗਦਾਨ ਰਿਹਾ। ਠੀਕ ਆ, ਪੰਜਾਬ ਦੇ ਵਿੱਚ ਅੱਜ ਇੱਕ ਦਲਦਲ 'ਚ ਧੱਸ ਰਿਹਾ, ਲੇਕਿਨ ਪੰਜਾਬ ਖੜਾ ਵੀ ਹੋਇਆ, ਬਾਕੀ ਸਟੇਟਾਂ ਨਾਲੋਂ ਬਹੁਤ ਉੱਪਰ ਆਇਆ ਔਰ ਉਹਦੇ ਵਿੱਚ ਰਵਾਇਤੀ ਪਾਰਟੀਆਂ ਦੀ ਬਹੁਤ ਵੱਡੀ ਦੇਣ ਆ। ਸਿੱਧੂ ਸਾਹਿਬ ਨੂੰ ਬਹੁਤੇ ਦਿਨ ਨਹੀਂ ਹੋਏ ਬਣਿਆ, ਪਰ ਕੋਈ ਚੇਂਜ ਜਾਂ ਕੋਈ ਪੋਜ਼ਿਟਿਵਿਟੀ ਕਾਡਰ ਦੇ ਵਿੱਚ ਅੱਜ ਮੀਟਿੰਗ ਵੀ ਸੀਗੀ ਤੁਹਾਡੀ, ਕੁਝ ਬਦਲਾਅ ਨਜ਼ਰ ਆ ਰਿਹਾ ਤੁਹਾਨੂੰ ਪਹਿਲਾਂ ਨਾਲੋਂ? ਦੇਖੋ, ਸਿੱਧੂ ਸਾਹਿਬ ਨਾਲ ਇੱਕ ਉਮੀਦ ਤਾਂ ਜਗੀ ਆ ਸਭ ਨੂੰ। ਸਿੱਧੂ ਸਾਹਿਬ ਦੇ ਨਾਲ ਇੱਕ ਕਹਿਣ ਦੇ ਵਿੱਚ ਗੁਰੇਜ਼ ਨਹੀਂ ਆ, ਵਰਕਰ ਮੋਟੀਵੇਟ ਤਾਂ ਹੋਇਆ ਵਾ ਔਰ ਵਰਕਰ ਦੇ ਵਿੱਚ ਇੱਕ ਆਸ ਉਮੀਦ ਜਗੀ ਆ। ਉਸ ਆਸ ਉਮੀਦ ਨੂੰ ਮੈਂ ਇਹ ਕਹੂੰਗਾ ਵੀ ਕਾਇਮ ਰੱਖਣਾ, ਉਸ ਮੋਮੈਂਟਮ ਨੂੰ ਅੱਗੇ ਲੈ ਕੇ ਜਾਣਾ ਔਰ ਉਸ ਮੋਮੈਂਟਮ ਤੋਂ ਤੁਸੀਂ ਲੋਕਾਂ ਨੂੰ ਉਹਨਾਂ ਦੀ ਆਸਾਂ ਉਮੀਦਾਂ 'ਤੇ ਖਰੇ ਉਤਰਨਾ, ਇਹੀ ਸਾਡਾ ਮੇਨ ਫਰਜ਼ ਰਹੂਗਾ। ਵਿਧਾਇਕਾਂ ਦੀ ਜਿਹੜੀ ਚਿੱਠੀ ਸੀਐਮ ਸਾਹਿਬ ਨੂੰ ਇੱਕ ਗਈ ਸੀ ਇਨਵੀਟੇਸ਼ਨ ਦੀ, ਔਰ ਜਿਹੜੇ ਨਾਲ ਹੋਰ ਵੀ ਆਗੂ ਸੀਗੇ, ਉਹ ਆਗੂਆਂ 'ਚ ਤੁਹਾਡਾ ਵੀ ਨਾਂ ਸੀਗਾ, ਤੁਸੀਂ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਆਓ? ਜੀ, ਅਸੀਂ ਕਿਹਾ ਸੀ, ਕਿਉਂਕਿ ਦੇਖੋ ਸਾਡਾ ਕੋਸ਼ਿਸ਼ ਇਹ ਆ, ਅਸੀਂ ਤਾਂ ਬਹੁਤ ਜੂਨੀਅਰ ਆ, ਅਸੀਂ ਤਾਂ ਬਹੁਤ ਛੋਟੇ ਆ, ਇਹਨਾਂ ਦੇ ਸਾਰਿਆਂ ਦੀ ਸਾਡੀ ਉਮਰਾਂ ਨਹੀਂ ਆ ਜਿੰਨੀ ਇਹਨਾਂ ਦੀ ਰਾਜਨੀਤੀ ਦਾ ਸਫ਼ਰ ਹੋ ਚੁੱਕਾ ਵਾ। ਔਰ ਅਸੀਂ ਇਸ ਕਰਕੇ ਇਹ ਬੇਨਤੀਆਂ ਕਰ ਰਹੇ ਸੀ ਵੀ ਇਹ ਇੱਕ ਵਧੀਆ ਇੱਕ ਮੈਸੇਜ ਜਾਣਾ ਚਾਹੀਦਾ। ਸਾਡੀ ਲੜਾਈ ਆਪਸੀ ਨਹੀਂ ਆ, ਸਾਡੀ ਲੜਾਈ ਅਕਾਲੀ ਦਲ ਔਰ ਆਮ ਆਦਮੀ ਨਾਲ। ਸਾਡੀ ਇਹ ਕੋਸ਼ਿਸ਼ ਆ ਵੀ ਉਹਨਾਂ ਨਾਲ ਨਜਿੱਠੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਯੂਨਾਈਟਿਡ ਫਰੰਟ ਹੋ ਕੇ, ਜਦੋਂ ਇੱਕ ਪਾਰਟੀ ਨੇ ਫੈਸਲਾ ਲੈ ਲਿਆ, ਉਹਦੇ ਵਿੱਚ ਫਿਰ ਉਹੀ ਗੱਲ ਜਿਵੇਂ ਤੁਸੀਂ ਕਹਿੰਦੇ ਹੋ, ਕਈ ਵਾਰ ਸਾਡੇ ਵਰਗੇ ਵਿਚਕਾਰ ਫਸ ਜਾਂਦੇ ਔਰ ਰਿਸਪੌਂਸਿਬਲ ਪੋਜੀਸ਼ਨਸ 'ਤੇ ਬੈਠੇ ਆ। ਬੜਾ ਤਰੀਕੇ ਸਿਰ ਇਸ ਚੀਜ਼ ਨੂੰ ਤੁਹਾਨੂੰ ਚੱਲਣਾ ਪੈਂਦਾ, ਕਿਉਂਕਿ ਬਤੌਰ ਆਰਗੇਨਾਈਜੇਸ਼ਨ ਨੂੰ ਵੀ ਦੇਖਣਾ ਪੈਂਦਾ ਔਰ ਬਾਕੀ ਚੀਜ਼ਾਂ ਨੂੰ ਵੀ ਵੇਖਣਾ ਪੈਂਦਾ। ਸੋ ਇਸ ਕਰਕੇ ਇਹ ਚੀਜ਼ ਨੂੰ ਬਿਲਕੁਲ ਕਲੀਅਰਲੀ ਤੁਹਾਨੂੰ ਸੋਚਣਾ ਪੈਂਦਾ ਔਰ ਕਲੀਅਰ ਮੈਸੇਜ ਦੇਣਾ ਪੈਂਦਾ ਵੀ ਨਹੀਂ, ਮੇਰਾ ਥੱਲੇ ਕੈਡਰ ਆ, ਮੇਰੇ ਜ਼ਿਲ੍ਹਾ ਪ੍ਰਧਾਨ ਆ, ਮੇਰੇ ਆਪਣਾ ਸਾਰੀ PYC ਦੀ ਬੋਡੀ ਆ, ਉਸ ਚੀਜ਼ ਦੇ ਵਿੱਚ ਕਲੈਰਿਟੀ ਨਾਲ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਵੀ ਨਹੀਂ ਯਾਰ, ਵੀ ਪਾਰਟੀ ਦਾ ਜੋ ਫੈਸਲਾ ਵਾ ਉਹ ਸਭ ਨੂੰ ਮੰਨਣਾ ਚਾਹੀਦਾ ਔਰ ਉਸ ਚੀਜ਼ ਨਾਲ ਉਹਨੂੰ ਮਜ਼ਬੂਤ ਕਰਨਾ ਚਾਹੀਦਾ। ਜਦੋਂ ਆਪਾਂ ਇੱਕ ਫੈਸਲਾ ਲੈ ਲੈਂਦੇ ਆ ਫਿਰ ਉਹਦੇ 'ਤੇ ਖੜਨਾ ਚਾਹੀਦਾ ਔਰ ਅੱਗੇ ਚੱਲਣਾ ਚਾਹੀਦਾ। ਨਿੱਜੀ ਤੌਰ 'ਤੇ ਮੁਤਾਸਰ ਹੋ ਤੁਸੀਂ ਸਿੱਧੂ ਤੋਂ? ਬਹੁਤ ਜ਼ਿਆਦਾ ਇਨਫਲੂਐਂਸਡ ਹੋ? ਦੇਖੋ, ਸਿੱਧੂ ਸਾਹਿਬ ਇੱਕ ਪੋਲੀਟੀਸ਼ੀਅਨ ਦੇ ਨਾਲ ਨਾਲ ਸਪੋਰਟਸਮੈਨ ਵੀ ਰਹੇ, ਇੱਕ ਮੈਂ ਕਹੂੰਗਾ ਵੀ ਇੱਕ ਉਹਨਾਂ ਦਾ ਇੱਕ ਆਪਣਾ ਨਾਮ ਰਿਹਾ ਵਾ ਔਰ ਇੱਕ ਜਿਹੜੀ ਮੈਂ ਬਾਰ-ਬਾਰ ਗੱਲ ਕਰਦਾ, ਸਿਸਟਮ ਬਦਲਣ ਦੀ ਗੱਲ ਕਰਦੇ ਆ। ਹਰ ਨੌਜਵਾਨ ਸਿਸਟਮ ਤੋਂ ਕਿਤੇ ਨਾ ਕਿਤੇ ਹਿਤਾਸ਼ ਆ, ਉਸ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਔਰ ਮੈਂ ਸੇਮ ਬ੍ਰੈਥ ਵਿੱਚ ਫਿਰ ਤੁਹਾਨੂੰ ਕਹਿੰਦਾ, ਕੈਪਟਨ ਸਾਹਿਬ ਨੇ ਵੀ ਬਹੁਤ ਲੰਬਾ ਸਫ਼ਰ ਰਾਜਨੀਤੀ ਕੀਤੀ ਆ। ਕੈਪਟਨ ਸਾਹਿਬ ਵੀ ਆਪਣੇ ਆਪ ਦੇ ਵਿੱਚ ਇੱਕ ਰਾਜਨੀਤੀ ਦਾ ਇੱਕ ਚਿਹਰਾ ਵਾ। ਸੋ ਇਹ ਸਾਨੂੰ ਤਾਂ ਇਹਨਾਂ ਸਾਰਿਆਂ ਤੋਂ ਚੰਗੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ, ਜੋ ਇਹਨਾਂ ਦੇ ਚੰਗੇ ਗੁਣ ਆ ਸਾਨੂੰ ਲੈ ਕੇ ਪਾਰਟੀ ਦੇ ਵਿੱਚ ਯੂਥ ਕਾਂਗਰਸ ਨੂੰ, ਯੂਥ ਆਗੂਆਂ ਨੂੰ ਇਹਨਾਂ ਦੀਆਂ ਚੰਗੀਆਂ ਚੀਜ਼ਾਂ ਨੂੰ ਸਿੱਖ ਕੇ, ਉਹਨਾਂ ਨੂੰ ਸਮਝ ਕੇ, ਇਹਨਾਂ ਨੂੰ ਸਟੱਡੀ ਕਰਕੇ ਇਹ ਉਸ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ। ਇਹ ਬਹੁਤ ਚਰਚਾ ਹੋਈ ਉਸ ਦਿਨ ਕਿ ਵਰਿੰਦਰ ਢਿੱਲੋਂ ਸਟੇਜ 'ਤੇ ਬੈਠੇ ਸੀ,
ਵਰਿੰਦਰ ਢਿੱਲੋਂ ਸਿੱਧੂ ਸਾਹਿਬ ਦੇ ਭਾਸ਼ਣ ਵੇਲੇ ਅੱਖ ਮਾਰਦੇ ਆ ਕਿਸੇ ਨੂੰ, ਉਹ ਮਾਮਲਾ ਕੀ ਹੋਇਆ? ਵਾਕਈ ਅੱਖ ਮਾਰੀ ਕਿਸੇ ਨੂੰ? ਦੇਖੋ ਤੁਸੀਂ ਇੱਕ ਰਿਸਪੌਂਸਿਬਲ, ਮੈਂ ਫਿਰ ਕਹਿੰਦਾ ਚੈਨਲ ਹੋ, ਇਹੋ ਜਿਹੇ ਸਵਾਲਾਂ ਦੇ ਕੀ ਜਵਾਬ ਦਈਏ? ਕਿਸੇ ਦੇ ਇੱਕ, ਤੁਸੀਂ ਤਾਂ ਜਰਨਲਿਸਟ ਹੋ, ਇੱਕ ਐਕਸਪ੍ਰੈਸ਼ਨ ਆ, ਵਰਬਲ ਨੌਨ ਵਰਬਲ ਐਕਸਪ੍ਰੈਸ਼ਨ ਆ, ਉਹਨੂੰ ਐਕਸਪ੍ਰੈਸ਼ਨ ਮਾਇਨੇ ਨੇ। ਰਾਹੁਲ ਗਾਂਧੀ ਦੀ ਵੀ ਚਰਚਾ ਹੋਈ ਸੀ ਜਦੋਂ ਪਾਰਲੀਮੈਂਟ 'ਚ ਰਾਹੁਲ ਗਾਂਧੀ ਨੇ ਅੱਖ ਮਾਰੀ, ਉਹਦੀ ਚਰਚਾ ਹੋਈ। ਉਸ ਤੋਂ ਬਾਅਦ ਵਰਿੰਦਰ ਢਿੱਲੋਂ ਦੀ ਚਰਚਾ ਹੋ ਰਹੀ ਹੈ। ਰਾਹੁਲ ਗਾਂਧੀ ਦੇ ਸਿਪਾਹੀ ਆ, ਤੁਸੀਂ ਰਾਹੁਲ ਗਾਂਧੀ ਨੂੰ ਹੀ ਫੋਲੋ ਕਰ ਰਹੇ, ਤਾਂ ਮਤਲਬ ਹੋਇਆ ਵਾਕਈ ਇਹ ਇਸ ਤਰ੍ਹਾਂ ਦਾ ਇਨਸੀਡੈਂਟ ਸੀਗਾ? ਕਿਉਂਕਿ ਬਹੁਤ ਸਾਰੇ ਲੋਕਾਂ ਨੇ ਚਰਚਾ ਕੀਤੀ, ਕਈ ਵਾਰੀ ਅਵੇਜ਼ਿਵ ਐਕਸ਼ਨ ਲੈ ਜਾਂਦਾ ਬੰਦਾ। ਇਹਦੇ ਅੰਦਰ ਕੀ ਹੈ, ਕਿਸੇ ਨੇ ਕੁਝ ਗੱਲ ਕੀਤੀ, ਉਹ ਇਸ਼ਾਰਾ ਵਾ, ਇਸ਼ਾਰੇ ਨੂੰ ਤੁਸੀਂ ਕਿਵੇਂ ਡਿਕੋਡ ਕਰਨਾ ਉਹ ਤੁਹਾਡੀ ਮਰਜ਼ੀ ਆ, ਤੁਸੀਂ ਜਾਂ ਮਰਜ਼ੀ ਕਰੀ ਚਲੋ। ਮੇਰੇ ਹਿਸਾਬ ਨਾਲ ਐਡਾ ਕੋਈ ਕਿਸੇ ਪਾਰਟੀ ਆਗੂ ਦੇ ਨਾਲ ਕੋਈ ਚਰਚਾ ਹੋਈ? ਛੱਡੋ ਇਹ ਐਵੇਂ। ਤੁਸੀਂ ਇੱਕ ਦੇਖੋ ਔਨ 에ਅਰ ਕਿੱਡਾ ਸੈਂਸਿਬਲ ਚੈਨਲ ਹੈਗਾ ਵਾ, ਕਿੱਡੀ ਤੁਸੀਂ ਵਧੀਆ ਸਵਾਲ ਕਰਨਾ ਚਾਹੁੰਦੇ ਹੋ, ਇਹੋ ਜਿਹੇ ਸਵਾਲ ਕਰਕੇ ਤੁਸੀਂ ਮਤਲਬ ਮੇਰੇ ਹਿਸਾਬ ਨਾਲ ਤੁਹਾਡੀ ਕ੍ਰੈਡੀਬਿਲਿਟੀ ਤੁਹਾਡੀ ਕ੍ਰੈਡੀਬਿਲਿਟੀ ਜਿਹੜੀ ਆ ਉਹਦੇ ਨਾਲ, ਇਸ ਸਵਾਲ ਨਾਲ ਲੋਕੀ ਕਹਿਣਗੇ ਯਾਰ ਵੀ ਆ ਕੀ ਸਵਾਲ ਕਰੀ ਜਾ ਰਹੇ ਆ। ਜਦੋਂ ਰਾਹੁਲ ਗਾਂਧੀ, ਇੱਕ ਮਿੰਟ, ਉਹ ਰਾਹੁਲ ਗਾਂਧੀ ਸੀ, ਵਰਿੰਦਰ ਢਿੱਲੋਂ ਪ੍ਰਧਾਨ ਨੇ ਨਾ, ਵਰਿੰਦਰ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ, ਸਟੇਜ ਤੇ ਬੈਠੇ ਨੇ, ਨਵਜੋਤ ਸਿੱਧੂ ਅੱਗੇ ਤੋਂ ਇਹਨਾਂ ਥੋੜਾ ਕੈਮਰਿਆਂ 'ਚ ਧਿਆਨ ਰੱਖਣਾ ਚਾਹੀਦਾ। ਤਾਂ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਜਾਂਦੇ ਜਾਂਦੇ ਮੈਨੂੰ ਇਹ ਦੱਸੋ ਕਿ ਯੂਥ ਦਾ ਕੀ ਰੋਲ ਰਹੂਗਾ ਇਸ ਜਿਹੜਾ ਨਵਾਂ ਸਟਰਕਚਰ ਲੱਗ ਰਿਹਾ ਹੈ? ਆਈ ਐਮ ਸ਼ੋਰ ਨਵਜੋਤ ਸਿੱਧੂ ਨਾਲ ਇਸ ਬਾਰੇ ਜ਼ਰੂਰ ਚਰਚਾ ਹੋਈ ਹੋਣੀ ਹੈ ਤੁਹਾਡੀ। ਦੇਖੋ ਯੂਥ ਦਾ ਸਭ ਤੋਂ ਇੰਪੋਰਟੈਂਟ ਰੋਲ ਰਹਿੰਦਾ, ਕਿਉਂਕਿ ਟਿਕਟਾਂ ਵੀ ਜਿਹੜੀਆਂ ਵਾ ਉਹ ਯੂਥ ਕਾਂਗਰਸ 'ਚੋਂ ਬਹੁਤ ਮਿਲਦੀਆਂ। ਯੂਥ ਕਾਂਗਰਸ ਨੂੰ ਪੋਲੀਟੀਕਲ ਆਰਗੇਨਾਈਜੇਸ਼ਨ ਆ, ਕਿਉਂਕਿ ਅਗਰ ਸਭ ਤੋਂ ਵੱਧ ਕਿਸੇ ਆਰਗੇਨਾਈਜੇਸ਼ਨ ਨੂੰ ਫਰੰਟਲਸ 'ਚੋਂ ਟਿਕਟਾਂ ਮਿਲਦੀਆਂ ਤਾਂ ਯੂਥ ਵਾਲਿਆਂ ਨੂੰ ਮਿਲਦੀਆਂ। ਸੋ ਯੂਥ, ਔਰ ਉਹਦੇ ਨਾਲ ਨਾਲ ਤੁਸੀਂ ਅਗਰ ਪਰਸੈਂਟੇਜ ਪਾਪੂਲੇਸ਼ਨ ਵੇਖੋਗੇ ਤੇ ਯੂਥ ਦੀ ਬਹੁਤ ਜ਼ਿਆਦਾ ਵਾ ਇਨ ਕੰਪੈਰੀਜ਼ਨ। ਹਰ ਕੋਈ ਵੱਡਾ ਲੀਡਰ ਯੂਥ ਨੂੰ ਐਡਰੈਸ ਕਰਦਾ ਵਾ, ਔਰ ਬੀਇੰਗ ਯੂਥ ਆਰਗੇਨਾਈਜੇਸ਼ਨ, ਉਸ ਆਰਗੇਨਾਈਜੇਸ਼ਨ ਨੂੰ ਹੈਡ ਕਰਦੇ ਹੋਏ ਸਾਡਾ ਫਰਜ਼ ਆ ਵੀ ਯੂਥ ਦਾ ਮੈਨੀਫੈਸਟੋ, ਯੂਥ ਦੀਆਂ ਐਸਪੀਰੇਸ਼ਨਸ, ਯੂਥ ਦੀਆਂ ਗੱਲਾਂ ਬਾਤਾਂ ਅਸੀਂ ਆਪਣੇ ਲੀਡਰਾਂ ਤੱਕ ਪਹੁੰਚਾਈਏ ਔਰ ਉਸ ਚੀਜ਼ ਨੂੰ ਅੱਗੇ ਤੱਕ ਲੈ ਕੇ ਆਈਏ। ਔਰ ਇਹੀ ਸਾਡਾ ਮੇਨ ਫਰਜ਼ ਰਹੂਗਾ, ਇਹੀ ਸਾਡੀ ਕੋਸ਼ਿਸ਼ ਰਹੂਗੀ ਵੀ ਇਹਨੂੰ ਅਸੀਂ ਲੋਕਾਂ ਤੋਂ, ਜੋ ਨੌਜਵਾਨਾਂ ਦੀ ਗੱਲ ਆ, ਉਹਨੂੰ ਪਾਰਟੀ ਤੱਕ ਪਹੁੰਚਾ ਸਕੀਏ, ਸਰਕਾਰ ਤੱਕ ਪਹੁੰਚਾ ਸਕੀਏ ਔਰ ਉਹਨਾਂ ਮਸਲਿਆਂ ਨੂੰ ਹੱਲ ਕਰਾ ਸਕੀਏ। ਨਾਲ ਨਾਲ ਜਿਹੜੇ ਨੌਜਵਾਨ ਕਾਬਲ ਆ ਉਹਨਾਂ ਨੂੰ ਟਿਕਟਾਂ ਦਵਾ ਸਕੀਏ, ਕਿਉਂਕਿ ਪਿਛਲੀ ਵਾਰ ਤੁਸੀਂ ਵੇਖੋਗੇ 7 ਤੋਂ 8 ਨੌਜਵਾਨਾਂ ਨੂੰ ਟਿਕਟਾਂ ਮਿਲੀਆਂ, ਉਹਨਾਂ ਵਿੱਚੋਂ ਕਈ ਐਮਐਲਏ ਬਣੇ, ਕਈਆਂ ਨੂੰ ਐਤਕੀ ਦੁਬਾਰਾ ਮਿਲਣਗੀਆਂ, ਉਹ ਦੁਬਾਰਾ ਉਹਨਾਂ ਦੀ ਟਰਾਈ ਮਿਲੂਗੀ। ਔਰ ਪੁਰਾਣੇ ਸਮੇਂ 'ਚ ਤੁਸੀਂ ਵੇਖੋਗੇ ਯੂਥ ਕਾਂਗਰਸ 'ਚੋਂ ਬਹੁਤ ਲੀਡਰਸ਼ਿਪ। ਰਾਹੁਲ ਗਾਂਧੀ ਦਾ ਪਰਸਨਲ ਇੰਟਰਸਟ ਹੁੰਦਾ ਇਹਦੇ 'ਚ? ਰਾਹੁਲ ਜੀ ਦਾ ਬਹੁਤ ਜ਼ਿਆਦਾ ਪਰਸਨਲ ਇੰਟਰਸਟ ਆ। ਰਾਹੁਲ ਜੀ ਹਮੇਸ਼ਾ ਇਸ ਚੀਜ਼ ਨੂੰ ਤਵੱਜੂ ਦਿੰਦੇ ਆ। ਰਾਹੁਲ ਜੀ ਦਾ ਹੀ ਇਹ ਫਾਰਮੂਲਾ ਵਾ ਜਿਹਦੇ ਅੰਦਰ ਉਹ ਯੂਥ ਨੂੰ ਅੱਗੇ ਲੈ ਕੇ ਆਉਂਦੇ ਆ। ਐਮਪੀ ਤੋਂ, ਐਮਐਲਏਜ਼ ਤੋਂ, ਹੋਰ ਨਗਰ ਨਿਗਮ ਚੁਣਾਵਾਂ ਤੋਂ, ਪੰਚਾਇਤਾਂ ਦੇ ਵਿੱਚ ਉਹਨਾਂ ਦੀ ਹਮੇਸ਼ਾ ਫੋਕਸ ਹੁੰਦਾ ਵੀ ਯੂਥ ਨੂੰ ਅੱਗੇ ਲੈ ਕੇ ਆਈਏ, ਕਿਉਂਕਿ ਸਿਸਟਮ ਬਦਲਣ ਦੀ ਆਪਾਂ ਸਾਰੇ ਗੱਲ ਕਰਦੇ ਹਾਂ। ਸਿਸਟਮ ਤਾਂ ਹੀ ਬਦਲਿਆ ਜਾਊਗਾ ਅਗਰ ਨੌਜਵਾਨਾਂ ਦੀ ਪਾਰਟਿਸਿਪੇਸ਼ਨ ਵਧੂਗੀ। ਨੌਜਵਾਨਾਂ ਦੀ ਪਾਰਟਿਸਿਪੇਸ਼ਨ ਇਕੱਲੀ ਧਰਨੇ ਮੁਜ਼ਾਹਰਿਆਂ ਤੱਕ ਨਹੀਂ ਸੀਮਤ ਰਹਿਣੀ ਚਾਹੀਦੀ। ਉਹਨਾਂ ਨੂੰ ਐਕਟਿਵ ਆਪਣਾ ਇਲੈਕਟੋਰਲ ਪੋਲਿਟਿਕਸ ਵਿੱਚ ਜਦੋਂ ਪਾਰਟਿਸਿਪੇਟ ਕਰਨਗੇ, ਰਵਾਇਤੀ ਪਾਰਟੀਆਂ ਦੇ ਵਿੱਚ ਆਪਣੀ ਜਗ੍ਹਾ ਬਣਾਉਣਗੇ ਔਰ ਆਪਣਾ ਕੀ ਕਹਿੰਦੇ ਇੱਕ ਸਿਸਟਮ ਦੇ ਵਿੱਚ ਰਹਿ ਕੇ, ਇਹ ਵੀ ਨਹੀਂ ਹੋਣਾ ਚਾਹੀਦਾ ਬੇਲਗਾਮੇ ਨੌਜਵਾਨ ਵੀ ਮਾੜੇ ਹੁੰਦੇ, ਉਹ ਫਿਰ ਪਤਾ ਨਹੀਂ ਕਿੱਧਰ ਨੂੰ ਮਿਜ਼ਾਈਲਾਂ ਚੱਲ ਪੈਣ, ਕੁਛ ਨਹੀਂ ਪਤਾ ਚੱਲਦਾ। ਸੋ ਇਸ ਕਰਕੇ ਰਵਾਇਤੀ ਪਾਰਟੀਆਂ ਦਾ ਇੱਕ ਇਹ ਫਾਇਦਾ ਹੁੰਦਾ, ਇਹਦੇ ਅੰਦਰ ਡਿਸਿਪਲਿਨ ਆ, ਡੈਕੋਰਮ ਆ, ਇਹਦੇ ਅੰਦਰ ਤੁਹਾਨੂੰ ਸਿੱਖਣ ਨੂੰ ਮਿਲਦਾ ਵਾ, ਲੀਡਰਸ ਨੂੰ ਵੇਖਣ ਨੂੰ ਮਿਲਦਾ ਵਾ ਔਰ ਤੁਸੀਂ ਗਾਈਡਡ ਤਰੀਕੇ ਨਾਲ ਤੁਸੀਂ ਚੱਲਦੇ ਹੋ। ਸੋ ਮੇਰੇ ਹਿਸਾਬ ਨਾਲ ਨੌਜਵਾਨਾਂ ਨੂੰ ਅਸੀਂ ਤੁਹਾਡੇ ਰਾਹੀਂ ਵੀ ਅਪੀਲ ਕਰਦੇ ਹਾਂ ਵੀ ਯੂਥ ਕਾਂਗਰਸ ਨਾਲ ਜੁੜੋ। ਵਧੀਆ ਤੁਹਾਡੇ ਕੋਲ ਮੌਕਾ ਵਾ, ਪਲੇਟਫਾਰਮ ਆ, ਪਾਰਟੀ ਪੁੱਛਦੀ ਵੀ ਆ ਨੌਜਵਾਨਾਂ ਨੂੰ, ਪਾਰਟੀ ਅੱਗੇ ਵੀ ਲੈ ਕੇ ਆਉਂਦੀ ਆ ਔਰ ਤੁਸੀਂ ਵੀ ਵੇਖੋਗੇ ਆਉਣ ਵਾਲੇ ਸਮੇਂ 'ਚ ਫਿਰ ਪਾਰਟੀ ਜਿਹੜੀ ਆ ਨੌਜਵਾਨਾਂ ਨੂੰ ਟਿਕਟਾਂ ਦੇ ਕੇ ਨਵਾਜੂਗੀ। ਯੂਨੀਵਰਸਿਟੀ ਪੋਲਿਟਿਕਸ ਬੜੀ ਕ੍ਰਿਟਿਸਾਈਜ਼ ਵੀ ਹੁੰਦੀ ਰਹੀ ਹੈ, ਪਰ ਤੁਹਾਡੇ ਸਮੇਤ ਬਹੁਤ ਸਾਰੇ ਯੂਨੀਵਰਸਿਟੀ ਪ੍ਰੋਡਕਟਸ ਨੇ। ਦਲਵੀਰ ਗੋਲਡੀ ਹੈ, ਤੁਸੀਂ ਹੋ, ਹੋਰ ਬਹੁਤ ਸਾਰੇ ਐਮਐਲਏ ਨਿਕਲੇ, ਕੁਲਜੀਤ ਨਾਗਰਾ ਫॉर दैट ਮੈਟਰ ਨੇ। ਕਿ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਇੱਕ ਵਾਰੀ ਕਿਹਾ ਵੀ ਸੀ ਕਿ ਪੰਜਾਬ ਦੇ ਵਿੱਚ ਵੀ ਕਾਲਜ ਦੀਆਂ ਜਿਹੜੀਆਂ ਚੋਣਾਂ ਨੇ ਉਹ ਸ਼ੁਰੂਆਤ ਕਰਾਂਗੇ, ਯੂਨੀਵਰਸਿਟੀ ਚੋਣਾਂ ਨੇ, ਉਹ ਹੋ ਨਹੀਂ ਸਕਿਆ। ਹੋਣੀਆਂ ਚਾਹੀਦੀਆਂ ਤੁਹਾਨੂੰ ਲੱਗਦਾ? ਬਿਲਕੁਲ, ਦੇਖੋ ਇਹ ਅਨਾਊਂਸਡ ਹੀ ਆ, ਕਿਉਂਕਿ ਕਰੋਨਾ ਕਰਕੇ ਸੈਸ਼ਨ ਖਤਮ ਹੋ ਗਿਆ, ਨਹੀਂ ਤਾਂ ਪਿਛਲੀ ਵਾਰ ਪਿਛਲੇ ਸਤੰਬਰ 'ਚ ਇਲੈਕਸ਼ਨਾਂ ਅਨਾਊਂਸ ਹੋ ਜਾਣੀਆਂ ਸੀ। ਯੂਨੀਵਰਸਿਟੀ ਪੋਲਿਟਿਕਸ ਬੜੇ ਇੰਪੋਰਟੈਂਟ ਰੋਲ ਪਲੇ ਕਰਦੀ ਆ ਇੱਕ ਪੋਲੀਟੀਕਲ ਕਲਾਸ ਦੇ ਵਿੱਚ, ਯੰਗਸਟਰਸ ਦੇ ਵਿੱਚ ਇਮਰਜ ਹੋਣ ਨੂੰ। ਪੰਜਾਬ ਦੇ ਵਿੱਚ ਉਹ ਗੁੰਡਾਗਰਦੀ ਵੱਲ ਨੂੰ ਚਲੇ ਗਏ, ਅੱਤਵਾਦ ਆ ਗਿਆ, ਥੋੜਾ ਜਿਹਾ ਇੱਕ ਪੋਸਟਰ ਕਲਚਰ ਆ ਗਿਆ, ਲੇਕਿਨ ਪੰਜਾਬ ਯੂਨੀਵਰਸਿਟੀ ਦਾ ਬੜਾ ਖੂਬਸੂਰਤ ਸਟਰਕਚਰ ਆ, ਬਹੁਤ ਲੀਡਰ। ਨਾਗਰਾ ਸਾਹਿਬ ਦਾ ਤੁਸੀਂ ਨਾਮ ਲਿੱਤਾ, ਗੋਲਡੀ ਸਾਹਿਬ ਇਸ ਟਾਈਮ ਐਮਐਲਏ ਆ, ਖੁਸ਼ਬਾਜ਼ ਜਟਾਣਾ ਵਾ, ਆਪਣਾ ਕੀ ਕਹਿੰਦੇ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਦਿਆਲ ਪ੍ਰਤਾਪ ਰੰਧਾਵਾ ਰਹੇ ਆ, ਉਸ ਤੋਂ ਪਹਿਲੋਂ ਦੀਪਾ ਜੀ ਰਹੇ ਆ, ਉਸ ਤੋਂ ਪਹਿਲੋਂ ਹੋਰ ਵੀ ਬਹੁਤ ਲੀਡਰਸ ਆ ਜਿਹੜੇ ਇੱਥੋਂ ਨਿਕਲ ਕੇ ਆਏ ਆ। ਮਤਲਬ ਮੈਂ ਜਿੰਨੇ ਨਾਂ ਲਵਾਂ ਉਨੇ ਘੱਟ। ਅੱਜ ਦੇ ਸਮੇਂ 'ਚ ਵੀ ਵੱਖਰੀ ਵੱਖਰੀ ਪਾਰਟੀਆਂ 'ਚ ਤੁਸੀਂ ਵੇਖੋਗੇ ਕਈ
ਦੂਜੀ ਪਾਰਟੀਆਂ 'ਚ ਅਗਰ ਕੁੱਲ ਮਿਲਾ ਕੇ ਵੇਖੋਗੇ ਤੇ ਪੰਜਾਬ ਯੂਨੀਵਰਸਿਟੀ ਵਾਲੇ ਹੀ ਜਿਹੜੇ ਇੱਥੇ ਸੋਪੂ ਪੂਸੂ 'ਚੋਂ ਆਉਂਦੇ ਆ ਉਹੀ ਅੱਜ ਵੀ ਵੱਖਰੀ ਵੱਖਰੀ ਪਾਰਟੀਆਂ 'ਚ ਵੱਖਰੇ ਵੱਖਰੇ ਅਹੁਦਿਆਂ ਦੇ ਉੱਤੇ ਨਵਾਜੇ ਗਏ ਆ ਔਰ ਮਾਲਵਿੰਦਰ ਕੰਗ ਹੁਣੇ ਪਿੱਛੇ ਜੇ ਆਪ ਜੁਆਇਨ ਕੀਤੇ ਆ। ਸੋ ਐਂ ਕਰਕੇ ਬਹੁਤ ਨਾਮੀ ਚਿਹਰੇ ਆ ਜਿਹੜੇ ਉਹੀ ਕੰਪੈਰੀਜ਼ਨ 'ਚ ਤੁਸੀਂ ਅਗਰ GNDU ਕਰ ਲਓ, ਪਟਿਆਲਾ ਯੂਨੀਵਰਸਿਟੀ ਕਰ ਲਓ ਜਾਂ ਹੋਰ ਕੋਈ ਯੂਨੀਵਰਸਿਟੀਜ਼ ਕਰ ਲਓ, ਉਸ ਕੰਪੈਰੀਜ਼ਨ ਦੇ ਵਿੱਚ ਉੱਥੋਂ ਲੋਕ ਸ਼ਾਇਦ ਪੋਟੈਂਸ਼ੀਅਲ ਉੱਥੇ ਵੀ ਉਨਾ ਸੀ ਲੇਕਿਨ ਇੱਥੇ ਇਲੈਕਟੋਰਲ ਪੋਲਿਟਿਕਸ ਕਰਕੇ ਇੱਥੇ ਲੋਕ ਉਭਰੇ। ਇੱਕ ਉਹੀ ਮੈਂ ਕਹਿ ਰਿਹਾ ਕਿ ਪੰਜਾਬ 'ਚ ਜਿਹੜੀ ਬੈਨ ਕੀਤੀ ਹੋਈ ਇੰਨੇ ਸਮੇਂ ਤੋਂ ਸਟੂਡੈਂਟ ਪੋਲਿਟਿਕਸ, ਕਾਲਜਾਂ ਦੇ ਇਲੈਕਸ਼ਨਸ ਨੇ ਜਿਹੜੇ ਉਹ ਦੁਬਾਰਾ ਰਿਵਾਈਵ ਹੋਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕੀਤੀ ਸੀ। ਕੀ ਤੁਸੀਂ ਇਹਨੂੰ ਐਡਵੋਕੇਟ ਕਰਦੇ ਹੋ ਹੋਣੇ ਚਾਹੀਦੇ? ਬਿਲਕੁਲ ਹੋਣੇ ਚਾਹੀਦੇ ਆ, ਕਿਉਂ ਨਹੀਂ ਹੋਣੇ ਚਾਹੀਦੇ। ਬਿਲਕੁਲ ਇਹੀ ਇੱਕ ਤਰੀਕਾ ਵਾ ਜਿਹਦੇ ਨਾਲ ਲੀਡਰਸ਼ਿਪ ਐਮਰਜ ਹੁੰਦੀ ਆ, ਤੁਹਾਡੀ ਚੰਗੀ ਲੀਡਰਸ ਮਿਲਦੇ ਆ। ਨਹੀਂ ਤਾਂ ਫਿਰ ਉਹੀ ਅਨਪੜ੍ਹ ਲੀਡਰਸ਼ਿਪ ਮੈਂ ਕਹੂੰਗਾ ਵੀ ਕਈ ਵਾਰ ਸਾਹਮਣੇ ਆ ਜਾਂਦੀ ਆ, ਲੋਕਾਂ ਕੋਲ ਆਪਸ਼ਨ ਨਹੀਂ ਰਹਿੰਦੀ। ਸਾਡੇ ਵਾਸਤੇ ਮੈਂ ਆਮ ਘਰੋਂ ਬਿਲਕੁਲ ਉੱਠਿਆ, ਮੇਰੇ ਕੋਈ ਸਿਰ ਤੇ ਮਾਈ ਬਾਪ ਨਹੀਂ ਸੀਗੇ, ਕੋਈ ਮਤਲਬ ਮੇਰੇ ਫਾਦਰ ਪੋਲਿਟਿਕਸ 'ਚ ਨਹੀਂ ਸੀਗੇ। ਸਾਨੂੰ ਇਹ ਯੂਨੀਵਰਸਿਟੀ ਨੇ ਮੌਕੇ ਦਿੱਤੇ ਨਾ, ਸਾਨੂੰ ਯੂਨੀਵਰਸਿਟੀ ਨੇ ਪਲੇਟਫਾਰਮ ਦਿੱਤੇ। ਅੱਜ ਅਗਰ ਬੋਲ ਸਕਦੇ ਹਾਂ, ਗੱਲ ਕਰ ਸਕਦੇ ਹਾਂ। ਮੇਰੇ ਖਿਆਲ ਰਾਹੁਲ ਗਾਂਧੀ ਨਾਲ ਤੁਹਾਡੀ ਮੁਲਾਕਾਤ ਹੁੰਦੀ ਯੂਨੀਵਰਸਿਟੀ ਆਉਂਦੇ ਜਦੋਂ ਉਹ ਜੀ ਉੱਥੋਂ ਹੀ ਸ਼ਾਇਦ ਉਹਨਾਂ ਦੇ ਨਾਲ ਹੀ ਉੱਥੋਂ ਤਾਲਮੇਲ ਬਣਿਆ ਜਿਹਦੇ ਕਰਕੇ ਮੈਂ NSUI ਫਿਰ ਉੱਥੇ ਜਿੱਤੇ। ਔਰ ਮਤਲਬ ਮੇਰੀ ਜ਼ਿੰਦਗੀ ਦੇ ਵਿੱਚ ਯੂਨੀਵਰਸਿਟੀ ਦਾ ਬਹੁਤ ਵੱਡਾ ਰੋਲ ਰਿਹਾ। ਅਗਰ ਮੈਂ ਅੱਜ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਜਾਂ ਇਲੈਕਸ਼ਨ ਲੜੀ ਤੇ ਉਹਦੇ ਵਿੱਚ ਬਹੁਤ ਵੱਡਾ ਰੋਲ ਉਸ ਯੂਨੀਵਰਸਿਟੀ ਦਾ ਰਿਹਾ। ਮੇਰੇ ਵਰਗੇ ਹੋਰ ਹਜ਼ਾਰਾਂ ਨੌਜਵਾਨ ਆ ਜਿਹੜੇ ਸ਼ਾਇਦ ਪਟਿਆਲਾ, GNDU ਹੋਰ ਯੂਨੀਵਰਸਿਟੀਆਂ ਦੇ ਵਿੱਚੋਂ ਸ਼ਾਇਦ ਇਸ ਕਰਕੇ ਨਹੀਂ ਉੱਪਰ ਆ ਸਕੇ ਕਿਉਂਕਿ ਉਦੋਂ ਉਹਨਾਂ ਨੂੰ ਉਹ ਪਲੇਟਫਾਰਮਸ ਨਹੀਂ ਮਿਲੇ ਜਿਹੜੇ ਸਾਨੂੰ ਇੱਥੇ ਇਲੈਕਟੋਰਲ ਪੋਲਿਟਿਕਸ ਨੇ ਦਿੱਤੇ। ਇੱਥੋਂ ਹੀ ਤੁਸੀਂ ਅੱਜ ਵੇਖੋਗੇ ਅੱਜ ਬਾਕੀ ਪਾਰਟੀਆਂ 'ਚ ਵੀ ਬਹੁਤ ਨੌਜਵਾਨ ਆ ਜਿਹੜੇ ਆਰਗੇਨਾਈਜੇਸ਼ਨਸ ਵੀ ਹੈੱਡ ਕਰ ਰਹੇ ਆ। ਮੇਰੇ ਖਿਆਲ ਅਕਾਲੀ ਦਲ ਦੇ ਵਿੱਚ ਵੀ ਆ, ਆਮ ਆਦਮੀ ਦੇ ਵਿੱਚ ਵੀ ਆ, ਉਹਨਾਂ ਦੇ ਸਟੂਡੈਂਟਸ ਵਿੰਗਸ ਵੀ ਯੂਨੀਵਰਸਿਟੀ ਦੇ ਪ੍ਰੋਡਕਟਸ ਆ ਜਿਹੜੇ ਹੈੱਡ ਕਰ ਰਹੇ ਆ। ਹੀ ਤੁਸੀਂ ਵੇਖੋਗੇ ਉਹ ਆਪਣਾ ਕੀ ਕਹਿੰਦੇ ਅਗਰ ਪਰਮਿੰਦਰ ਬਰਾੜ ਰਹੇ ਆ ਪਹਿਲੋਂ ਆਪਣਾ ਉਹਦੇ ਮੇਰੇ ਖਿਆਲ ਹੁਣ ਵੀ ਜਿਹੜੇ ਆਪਣਾ ਉਹ ਹੈਗੇ ਆ ਸੋਈ ਦੇ ਪ੍ਰਧਾਨ ਉਹ ਵੀ ਯੂਨੀਵਰਸਿਟੀ ਦੇ ਆ, ਜਿਹੜੇ ਆਮ ਆਦਮੀ ਦੇ ਪ੍ਰਧਾਨ ਆ ਉਹ ਵੀ ਯੂਨੀਵਰਸਿਟੀ ਦੇ ਆ। ਸੋ ਇਹ ਪੰਜਾਬ ਯੂਨੀਵਰਸਿਟੀ ਦੀ ਹੀ ਇੱਕ ਤੁਸੀਂ ਕਹੋਗੇ ਵੀ ਇੱਕ ਨਰਸਰੀ ਆ ਜਿੱਥੋਂ ਇਹ ਉੱਭਰ ਸਕੀ। ਇਹ ਪਟਿਆਲੇ 'ਚੋਂ ਵੀ ਹੋ ਸਕਦਾ ਸੀ, ਇਹ GNDU 'ਚੋਂ ਵੀ ਹੋ ਸਕਦਾ ਸੀ, ਇਹ ਬਾਕੀ ਕਾਲਜਾਂ ਯੂਨੀਵਰਸਿਟੀਆਂ 'ਚੋਂ ਵੀ ਹੋ ਸਕਦਾ ਸੀ। ਉੱਥੋਂ ਵੀ ਸ਼ਾਇਦ ਇਹੀ ਕਈ ਵਾਰ ਲੀਡਰਾਂ ਨੂੰ ਖੌਫ ਖਾਂਦਾ ਵੀ ਲੀਡਰਸ਼ਿਪ ਨਾ ਉੱਠ ਪਏ ਔਰ ਸ਼ਾਇਦ ਇਹਦੇ ਕਰਕੇ ਆਪਣਾ ਉਹ ਨਹੀਂ ਕਰਦੇ। ਲੇਕਿਨ ਕੈਪਟਨ ਸਾਹਿਬ ਦੀ ਆਪਣਾ ਵਡੱਪਨ ਸੀਗਾ ਜਿਹੜਾ ਉਹਨਾਂ ਨੇ ਅਸੈਂਬਲੀ 'ਚ ਵੀ ਅਨਾਉਂਸ ਕੀਤਾ ਔਰ ਉਹਨਾਂ ਨੇ ਕਿਹਾ ਵੀ ਸੀਗਾ ਵੀ ਅਸੀਂ ਇਲੈਕਸ਼ਨਸ ਕਰਾਵਾਂਗੇ ਔਰ ਸਾਡਾ ਚੋਣ ਮੈਨੀਫੈਸਟੋ 'ਚ ਵੀ ਸੀਗਾ। ਲੇਕਿਨ ਕਰੋਨਾ ਕਰਕੇ ਕਾਲਜ ਨਹੀਂ ਖੁੱਲ੍ਹ ਸਕੇ, ਇਸ ਕਰਕੇ ਇਲੈਕਸ਼ਨ ਨਹੀਂ ਹੋਏ ਔਰ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਪੰਜਾਬ 'ਚੋਂ ਵੀ ਲੀਡਰਸ਼ਿਪ ਉੱਭਰ ਕੇ ਆਊਗੀ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ। ਸੋ ਬਰਿੰਦਰ ਢਿੱਲੋਂ ਨੇ ਬੜੇ ਖੁੱਲ੍ਹ ਕੇ ਬੇਬਾਕੀ ਦੇ ਨਾਲ ਤਮਾਮ ਸਵਾਲਾਂ ਦੇ ਜਵਾਬ ਦਿੱਤੇ। ਇਸ ਪੇਸ਼ਕਸ਼ ਚੇਨਈ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਔਨ 에ਅਰ।